ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸੋ ਪ੍ਰੋਮਲੀ ਸ਼ੁਰੂਆਤ ਕਰਦੇ ਹਾਂ ਐਜ਼ ਯੂਜੂਅਲ ਐਵਰੀ ਮੰਡੇ ਮਾਰਨਿੰਗ ਸਾਡੇ ਨਾਲ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕੇ ਨੇ ਸਰਦਾਰ ਸਤਪਾਲ ਸਿੰਘ ਜੌਹਲ। ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਜੌਹਲ ਸਾਹਿਬ, ਅ ਵੈਰੀ ਗੁੱਡ ਮਾਰਨਿੰਗ ਐਂਡ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅਰਸ਼, ਬਹੁਤ ਮਿਹਰਬਾਨੀ ਸਾਰੇ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ, ਮਿਹਰਬਾਨੀ। ਆਈ ਹੋਪ ਆਲ ਇਜ਼ ਵੈਲ। ਹਾਂ ਬਿਲਕੁਲ, ਦੇਖੋ ਨਵਾਂ ਹਫਤਾ ਸ਼ੁਰੂ ਹੋ ਗਿਆ ਜੀ, ਨਵਾਂ ਮਹੀਨਾ ਕਹਿ ਲਓ ਵੀ ਅਜੇ 10 ਤਰੀਕ ਅੱਜ ਮਈ ਦੀ, ਸੋ ਸੈਕੰਡ ਵੀਕ ਆਰੰਭ ਹੋਇਆ। ਦਿਨ ਬੜਾ ਕਮਾਲ ਦਾ ਬਰੈਂਪਟਨ ਏਰੀਆ ਦੇ ਵਿੱਚ ਸੂਰਜ ਚੜ੍ਹ ਗਿਆ ਜੀ। ਥੋੜੀ ਕਿਤੇ ਬੱਦਲਵਾਈ ਹੈ, ਪਰ ਇਹ ਜਿਹੜਾ ਸਾਰਾ ਹਫਤਾ ਬੜਾ ਵਧੀਆ ਲੰਘ ਜਾਏਗਾ। ਕੱਲ ਨੂੰ ਤੇ ਪਰਸੋਂ ਨੂੰ ਥੋੜੀ ਜਿਹੀ ਬੱਦਲਵਾਈ ਹੋ ਸਕਦੀ ਹੈ, ਬਟ ਅਦਰਵਾਈਜ਼ ਹੁਣ ਅਗਲਾ ਜਿਹੜਾ ਇਹ ਸਾਰਾ ਵੀਕ ਲੱਗ ਰਿਹਾ ਜੀ ਪੇ ਧੁੱਪ ਲੱਗੀ ਰਹੇਗੀ ਤੇ ਸੁਹਾਵਣਾ ਮੌਸਮ ਰਹੇਗਾ। ਔਰ ਜਿੰਨੇ ਵੀ ਸਾਡੇ ਦਰਸ਼ਕ ਸਾਨੂੰ ਈ ਬਾਬਾ ਐਂਟਰਟੇਨਮੈਂਟ ਤੇ ਦੇਖ ਰਹੇ ਨੇ, ਕੱਲ ਪਨੂ ਸਾਹਿਬ ਨੇ ਸਾਨੂੰ ਟੈਕਸਟ ਕੀਤਾ ਕਿ ਜਿੰਨੇ ਵੀ ਵੈਬ ਸੀਰੀਜ਼ ਤੁਸੀਂ ਹੁਣ ਬਿਲਕੁਲ ਫ੍ਰੀ ਤੁਸੀਂ ਆਪਣੇ ਐਪ ਸੇ ਸੁਣ ਅਤੇ ਦੇਖ ਸਕਦੇ ਹੋ। ਸੋ ਬਹੁਤ ਧੰਨਵਾਦ ਪਨੂ ਸਾਹਿਬ ਦਾ ਕਿ ਹੁਣ ਕੋਈ ਖਰਚਾ ਨਹੀਂ ਕਰਨਾ ਪਵੇਗਾ ਸਾਨੂੰ ਇੱਕ ਐਪ ਡਾਊਨਲੋਡ ਕਰਨ ਨੂੰ। ਬਿਲਕੁਲ ਫ੍ਰੀ ਤੁਸੀਂ ਐਂਡਰੋਇਡ ਜਾਂ ਆਪਣੇ ਐਪ ਸਟੋਰ 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਂਡ ਤੁਸੀਂ ਆਪਣੇ ਵੈਬ ਸੀਰੀਜ਼ ਦੇਖ ਸਕਦੇ ਹੋ ਅਤੇ ਸੁਣ ਵੀ ਸਕਦੇ ਹੋ ਰੰਗਲਾ ਪੰਜਾਬ ਨੂੰ ਅਤੇ ਵੱਖ ਲੋਕਲ ਮੀਡੀਆ ਚੈਨਲਸ ਨੂੰ। ਸੋ ਸ਼ੁਰੂਆਤ ਕਰੀਏ ਜੌਹਲ ਸਾਹਿਬ। ਕਾਫੀ ਇੰਟਰਸਟਿੰਗ ਨਿਊਜ਼ ਵੈਂਕੂਵਰ ਦੇ ਵਿੱਚ ਵੀ। ਪਹਿਲਾਂ ਹੋ ਜਾਂਦੇ ਆ ਪੰਜਾਬ, ਉਸ ਤੋਂ ਬਾਅਦ ਫਿਰ ਵੈਂਕੂਵਰ ਜਾਵਾਂਗੇ। ਐਂਡ ਜੌਹਲ ਸਾਹਿਬ, ਮੈਨੂੰ ਅੱਜ ਬੜੀ ਦੁੱਖ ਲੱਗਦਾ ਮੈਨੂੰ ਜਦੋਂ ਮੈਂ ਆਪਣਾ ਫੋਨ ਸਵੇਰੇ ਖੋਲ੍ਹਦਾ, ਜਦੋਂ ਫੇਸਬੁੱਕ ਖੋਲ੍ਹਦਾ ਤਾਂ ਇੰਨੀਆਂ ਮੌਤਾਂ ਹੋ ਰਹੀਆਂ ਨੇ। ਅੱਜ ਫਲਾਂਗ ਦੀ ਡੈਥ ਹੋ ਗਈ, ਅੱਜ ਇਹਦੀ ਡੈਥ ਹੋ ਗਈ, ਅੱਜ ਉਹਦੀ ਡੈਥ ਹੋ ਗਈ। ਲਾਈਕ ਮਨ ਹੀ ਨਹੀਂ ਕਰਦਾ ਫੋਨ ਫੇਸਬੁੱਕ ਔਨ ਕਰਨ ਨੂੰ। ਲਾਈਕ ਇਟ ਐਵਰੀ 2-3 1 ਘੰਟੇ ਬਾਅਦ ਇਹਦੀ ਡੈਥ ਹੋ ਗਈ, 1 ਘੰਟੇ ਬਾਅਦ ਇਹਦੀ ਡੈਥ ਹੋ ਗਈ। ਲਾਈਕ ਇਟਸ ਗੋਇੰਗ ਕ੍ਰੇਜ਼ੀ। ਪਰ ਦੇਖੋ ਜੀ ਵੀ ਆਪਾਂ ਹੁਣ ਦੁੱਖ ਦਾ ਹੀ ਰੰਜੋ ਗਮ ਦਾ ਪ੍ਰਗਟਾਵਾ ਕਰ ਸਕਦੇ ਹਾਂ। ਜੋ ਇਹ ਮੌਤ ਦਾ ਤਾਂਡਵ ਪਿਛਲੇ ਦਿਨਾਂ ਤੋਂ ਹਫ਼ਤਿਆਂ ਤੋਂ ਲਗਾਤਾਰਤਾ ਦੇ ਨਾਲ ਭਾਰਤ ਦੀ ਧਰਤੀ ਤੇ ਚੱਲ ਰਿਹਾ, ਹਰ ਇੱਕ ਬੜਾ ਬੇਬਸ ਹੈ, ਇਨਕਲੂਡਿੰਗ ਮੈਂ ਕਹੂੰਗਾ ਜੀ ਗਵਰਨਮੈਂਟ। ਕਿਉਂਕਿ ਜਿੰਨੀ ਕੁ ਮੇਰੀ ਭਾਰਤ ਦੇ ਕੌਂਸਲੇਟ ਜਨਰਲ ਨਾਲ ਵੀ ਇੱਥੇ ਕੱਲ ਗੱਲ ਹੋ ਰਹੀ ਸੀ, ਜਾਂ ਉੱਥੇ ਭਾਰਤ ਦੇ ਵਿੱਚ ਵੀ ਕਹਿ ਲਓ ਵੀ ਹੁਣ ਲੀਡਰ ਸਾਹਿਬਾਨ, ਪਤਾ ਨਹੀਂ ਲੋਕ ਕਹਿਣਾ ਵੀ ਉਹਨਾਂ ਨੂੰ ਚੰਗਾ ਸਮਝਦੇ ਕਿ ਲੀਡਰ ਤੇ ਉਹ ਹੈ ਨਾ ਜਿਹੜਾ ਵੀ ਐਟਲੀਸਟ ਮਰ ਰਹੇ ਲੋਕਾਂ ਨੂੰ ਅਜਿਹੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਜਾਣੀ ਕਿ ਵੀ ਉਹ ਦੂਰ ਅੰਦੇਸ਼ੀ ਨਾਲ ਕੁਝ ਸੋਚ ਸਕੇ, ਕੰਮ ਕਰ ਸਕੇ, ਹੈ ਨਾ, ਉਹੀ ਲੀਡਰ ਹੈ। ਪਰ ਜੇ ਉਹ ਨਹੀਂ ਕਰ ਸਕੇ, ਦੂਜੇ ਪਾਸੇ ਗਲਤੀਆਂ ਮੰਨਣ ਦੀ ਬਜਾਏ ਹੁਣ ਗਾਂਹ ਤੋਂ ਗਾਂਹ ਜਾਣੀ ਹੋ ਰਹੀ, ਉਹਨਾਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਨੈਚੁਰਲੀ ਆ ਵੀ ਇਹ ਮਰ ਰਹੀਆਂ ਇਹ ਜਿਹੜੀਆਂ ਜਾਨਾਂ ਨੇ ਉਹਨਾਂ ਦੇ ਮੌਕੇ ਤੇ ਜੀ ਵੀ ਇੱਕ ਵਾਰ ਫੇਰ ਕਿਸੇ ਨਾ ਕਿਸੇ ਪੱਖੋਂ ਜਿਹੜਾ ਜੀ ਵੀ ਸਭ ਕੁਝ ਢੱਕ ਕੇ ਉਹਨਾਂ ਨੂੰ ਮੈਂ ਸਮਝਾਂਗਾ ਵੀ ਕੋਈ ਉਹਨਾਂ ਦੀ ਇਨਸਲਟ ਕਰਨ ਵਾਲੀ ਇਹੀ ਗੱਲ ਹੋ ਸਕਦੀ ਆ। ਪਰ ਦੂਸਰੇ ਪਾਸੇ ਇਹ ਅੱਜ ਵੀ ਹੁਣ ਅੱਜ ਦੇ ਜਿਹੜੇ ਜਾਣੀ ਕਿ ਨੰਬਰ ਆ ਡੈਥ ਪੱਖੋਂ ਤੇ ਕਾਫੀ ਹਾਈ ਨੇ, ਪਰ ਨਵੇਂ ਜਿਹੜੇ 24 ਘੰਟਿਆਂ 'ਚ ਕੇਸ ਆਉਂਦੇ ਆ ਨਾ ਪੋਜ਼ੀਟਿਵ, ਉਹਨਾਂ ਦੇ ਵਿੱਚ ਕਾਫੀ ਨੰਬਰ ਥੱਲੇ ਗਏ ਆ। ਸੋ ਇਹ 4.25 ਲੱਖ ਤੋਂ ਮੁੜੇ ਆ ਤੇ ਇਸ ਵੇਲੇ 3,60,000 ਦੇ ਆਸ-ਪਾਸ ਜਿਹੜੇ ਆ ਅੱਜ ਦੇ ਜਿਹੜੇ ਕੇਸਿਸ ਉੱਥੇ ਉਹ ਨਵੇਂ ਆਏ ਆ। ਸੋ ਇਹ ਅਪ ਐਂਡ ਡਾਊਨ ਚੱਲਦਾ ਰਹੇਗਾ। ਲੱਗਦਾ ਵੀ ਹੁਣ ਕੋਸ਼ਿਸ਼ ਪੂਰੀ ਆ ਵੀ ਇਹ ਕਰੋਨਾ ਵਾਇਰਸ ਦੀ ਮਹਾਮਾਰੀ ਤੋਂ ਉੱਥੇ ਕਾਬੂ ਪਾਇਆ ਜਾਵੇ। ਪੂਰੀ ਜਿਹੜੀ ਸਰਕਾਰੀ ਮਸ਼ੀਨਰੀ ਸ਼ਕਤੀ ਵੀ ਹੁਣ ਝੋਕ ਦਿੱਤੀ ਗਈ ਹੈ, ਭਾਵੇਂ ਕਿ ਲੇਟ ਹੋ ਗਏ ਨੇ। ਖਾਸ ਤੌਰ ਤੇ ਜਿਹੜੀ ਵੈਕਸੀਨੇਸ਼ਨ ਆਪਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ, ਜਿਸ ਤਰ੍ਹਾਂ ਅਮਰੀਕਾ ਨੇ, ਬਾਕੀ ਦੇਸ਼ਾਂ ਨੇ ਜਿੱਥੇ ਪ੍ਰੋਡਕਸ਼ਨ ਹੋਈ, ਉਹਨਾਂ ਨੇ ਇੱਕ ਵੀ ਸ਼ੀਸ਼ੀ ਬਾਹਰ ਨਹੀਂ ਜਾਣ ਦਿੱਤੀ ਵੀ ਪਹਿਲਾਂ ਸਾਡੇ ਲੋਕਾਂ ਨੂੰ ਲੱਗੇਗੀ। ਪਰ ਭਾਰਤ ਨੇ ਜੇ ਮਾਰਕਾ ਮਾਰਿਆ ਸੀ ਤੇ ਗਲਤੀਆਂ ਇਹ ਕਰ ਗਏ ਵੀ ਉਹਨਾਂ ਨੇ ਯਾਨੀ ਕਿ 50 ਤੋਂ ਜ਼ਿਆਦਾ ਦੇਸ਼ਾਂ ਨੂੰ ਐਕਸਪੋਰਟ ਕਰਨੀ ਸ਼ੁਰੂ ਕਰ ਦਿੱਤੀ ਵੈਕਸੀਨ ਬਣਾ ਕੇ। ਆਪਣੇ ਦੇਸ਼ ਦੇ ਲੋਕਾਂ ਨੂੰ ਲਗਾਉਣੀ ਜਿਹੜੀ ਆ ਵੀ ਉਨੀ ਜੰਗੀ ਪੱਧਰ ਤੇ ਨਹੀਂ ਸ਼ੁਰੂ ਕੀਤੀ। ਸੋ ਇਸ ਢਿੱਲ ਨੇ ਜਿਹੜਾ ਜੀ ਵੀ ਇਹ ਵੱਡਾ ਇਸ ਵੇਲੇ ਜਿਹੜਾ ਮੱਖੀਆਂ ਵਾਂਗੂ ਲੋਕਾਂ ਦਾ ਮਰਨਾ ਜਾਰੀ ਆ। ਬਹੁਤ ਅਸੀਂ ਅਫਸੋਸ ਦਾ ਪਰਿਵਾਰਾਂ ਦੇ ਨਾਲ, ਭੈਣ ਭਰਾਵਾਂ ਦੇ ਨਾਲ ਪ੍ਰਗਟਾਵਾ ਕਰਦੇ ਹਾਂ ਜੀ। 9058131320। ਜੌਹਲ ਸਾਹਿਬ, ਅਸੀਂ ਤਾਂ ਦਿਨ ਬਾਏ ਦਿਨ ਇਹੀ ਉਮੀਦ 'ਚ ਲੱਗੇ ਹੋਏ ਹਾਂ ਕਿ ਇਹ ਲੋਕਡਾਊਨ ਖੁੱਲ੍ਹੇ ਅਤੇ ਬੈਕ ਟੂ ਨੋਰਮਲ ਜਾਈਏ। ਅਤੇ ਅਸੀਂ ਤਾਂ ਇੱਕ ਦਿਨ ਜਦੋਂ ਨਾ ਆਈ ਹੋਪ ਕਿ ਟਰੂਡੋ ਸਰਕਾਰ ਜਿਹੜੇ ਭਾਰਤ ਦੇ ਵਿੱਚ ਸਾਡੇ ਕੈਨੇਡੀਅਨ ਸਟੱਕ ਨੇ, ਹੋਪਫੁਲੀ ਕੁਛ 2-3 ਫਲਾਈਟਾਂ ਤਾਂ ਨੂੰ ਰਿਲੀਜ਼ ਕਰ ਦੇਣ। ਸਾਡੇ ਲਵਡ ਵਨਸ ਵੀ ਉੱਥੇ ਨੇ ਜੋ ਸਟੱਕ ਨੇ, ਜੋ ਅਚਾਨਕ ਗਏ ਸਨ। ਕੋਈ ਫਿਊਨਰਲ ਵਾਸਤੇ ਗਿਆ ਹੋਣਾ, ਕੋਈ ਕਿਸੇ ਮਜਬੂਰੀ ਵਾਸਤੇ, ਕੋਈ ਬਿਜ਼ਨਸ ਟ੍ਰਿਪ ਵਾਸਤੇ ਜੋ ਉਹਨਾਂ ਦੀ ਬਿਜ਼ਨਸ ਕੰਪਨੀ ਨੇ ਭੇਜਿਆ ਹੋਵੇਗਾ, ਸਟੱਕ ਨੇ। ਸੋ ਆਈ ਹੋਪ ਕਿ ਹੁਣ ਨੈਕਸਟ ਵੀਕ ਤੱਕ ਕੋਈ ਅਨਾਊਂਸਮੈਂਟ, ਆਈ ਹੋਪ ਪ੍ਰੇਇੰਗ ਕਿ ਚੰਗੀ ਆਵੇ। ਯਾਰ ਦੇਖੋ, ਇਹ ਜਿਸ ਤਰ੍ਹਾਂ ਵੀਕਐਂਡ ਤੇ ਮੈਂ ਕੀਤੀ ਕੌਂਸਲੇਟ ਜਨਰਲ ਨਾਲ ਇੱਥੇ ਗੱਲ ਵੀ ਕੋਈ ਸਾਡੇ ਇੱਥੇ ਇੰਡੀਅਨ ਹੈਗੇ ਨੇ ਸਿਟੀਜ਼ਨ ਜਿਹੜੇ ਫਸੇ ਹੋਏ ਆ ਵੀ ਜਿਹੜੇ ਉਡੀਕ ਰਹੇ ਆ ਵੀ ਫਲਾਈਟਾਂ ਖੁੱਲਣ ਤੇ ਅਸੀਂ ਜਾਣੋ ਰਹਿ ਗਏ ਵੀ ਸਾਡਾ ਪ੍ਰਬੰਧ ਕਰੋ। ਤੇ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਵੀ ਇਹੋ ਜਿਹੀ ਕਾਲ ਤਾਂ ਸਾਨੂੰ ਤਾਂ I am very surprised, very surprised। ਹਾਂ, ਪਰ ਬਰੈਂਪਟਨ ਤੋਂ ਆਪਣੇ ਇੱਥੇ ਕੈਨੇਡਾ ਤੋਂ ਨੈਚੁਰਲੀ ਕੈਨੇਡੀਅਨ ਸਿਟੀਜ਼ਨ ਹੈਗੇ ਆ ਜੀ ਜਿਹੜੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਸਟੱਕ ਨੇ, ਉਹ ਆਉਣਾ ਵੀ ਚਾਹੁਣਗੇ।
ਪਰ ਹੁਣ ਗਵਰਨਮੈਂਟ ਕੈਨੇਡੀਅਨ ਦਾ ਵੀ ਇਸ ਵੇਲੇ ਕੋਈ ਪਲਾਨ ਨਹੀਂ ਹੈਗਾ। ਲੋਕ ਜਿਹੜੇ ਇਹ ਫਲਾਈਟਸ ਬੰਦ ਹੋਣ ਕਰਕੇ ਜਾਣੀ ਸਟਕ ਹੋ ਗਏ ਆ ਵੀ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ। ਸੋ ਹਾਲ ਦੀ ਘੜੀ ਹੁਣ ਸਬਰ ਸੰਤੋਖ ਨਾਲ ਜਿੱਥੇ ਜਿੱਥੇ ਵਿਅਕਤੀ ਹੈਗੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਉਡੀਕਣਾ ਪਏਗਾ। ਪਰ ਦੂਸਰੇ ਪਾਸੇ ਏਅਰਲਾਈਨਸ ਬੜੀਆਂ ਉਤਾਵਲੀਆਂ ਆ ਜੀ, ਇਹ ਨਹੀਂ ਗਾ ਵੀ ਜਾਣੀ ਉਹ ਖੋਲ ਸਕਦੇ ਆ ਤੇ ਖੋਲ ਨਹੀਂ ਰਹੇ ਫਲਾਈਟ। ਜਿਹੜੀ ਸਿਚੁਏਸ਼ਨ ਆ ਉਹਨੂੰ ਨੋਰਮਲ ਹੁਣ ਤਾਂ ਦੇਖੋ ਜਿਹੜੇ ਉੱਥੇ ਲੋਕ ਨੇ ਵਿਚਾਰੇ, ਉਹਨਾਂ ਦੀ ਜੇ ਜਾਨ ਚਲੀ ਜਾਏ ਤੇ ਲਾਸ਼ ਸਾੜਨ ਲਈ ਨਾ ਤੇ ਜਗ੍ਹਾ ਤੇ ਨਾ ਬਾਲਣਿਆ ਜੀ। ਬਿਲਕੁਲ। ਸੋ ਇਹੋ ਜਿਹੇ 'ਚ ਹੁਣ ਕੈਨੇਡੀਅਨ ਗਵਰਨਮੈਂਟ ਜੇ ਤਰਲੇ ਕਰ ਰਹੇ ਆ ਵੀ ਤੁਸੀਂ ਘਰੋਂ ਬਾਹਰ ਨਾ ਨਿਕਲੋ ਤੇ ਆਪਾਂ ਜਾਈਏ ਦੇਸ਼ ਛੱਡ ਕੇ ਬਾਹਰ, ਤੇ ਫਿਰ ਹੁਣ ਬਾਅਦ ਦੇ ਵਿੱਚ ਸਰਕਾਰਾਂ ਦਾ ਕੀ ਕਸੂਰ ਕੱਢਾਂਗੇ। ਸੋ ਬਹੁਤ ਸਾਰੀਆਂ ਐਮਰਜੈਂਸੀ ਸਿਚੁਏਸ਼ਨਸ ਦੇ ਵਿੱਚ ਜਿੱਥੇ ਪਰਿਵਾਰਾਂ ਦੇ ਮੈਂਬਰ, ਪੇਰੈਂਟਸ ਵਿਛੜ ਗਏ, ਸਾਨੂੰ ਇੱਥੇ ਫੋਨ ਆਉਂਦੇ ਡੇਲੀ ਬੇਸਿਸ ਤੇ ਭੈਣ ਭਰਾ ਉੱਥੇ ਨਹੀਂ ਜਾ ਪਾ ਰਹੇ, ਪਰ ਹੁਣ ਕੀ ਹੋ ਸਕਦਾ। ਹੋਰ ਇਹ ਸਥਿਤੀ ਐਸੀ ਬਣੀ ਹੋਈ ਹੈ ਜਾਣੀ ਕਿ ਇਸ ਧਰਤੀ ਦੇ ਉੱਤੇ ਆਪਣੇ ਇਸ ਜੀਵਨ ਕਾਲ ਦੇ ਦੌਰਾਨ ਕਿ ਵੀ ਆਊਟ ਆਫ ਕੰਟਰੋਲ ਹੈ। ਇਹਨੂੰ ਕੰਟਰੋਲ ਕਰਨੇ ਹੁਣ ਥੋੜ੍ਹਾ ਜਿਹਾ ਸਾਨੂੰ ਸਾਰਿਆਂ ਨੂੰ ਜ਼ਬਤ ਨਾਲ ਚੱਲਣਾ ਪਏਗਾ, ਸਬਰ ਦੇ ਘੁੱਟ ਭਰਨੇ ਪੈਣਗੇ। ਔਖਾ ਜੀ, ਪੇਰੈਂਟਸ ਚਲਾ ਜਾਵੇ, ਗ੍ਰੈਂਡ ਪੇਰੈਂਟਸ ਚਲਾ ਜਾਵੇ, ਪਿਆਰ ਆਪਣੇ ਪਰਿਵਾਰ ਦਾ ਕੋਈ ਹਿੱਸਾ ਚਲਾ ਜਾਵੇ, ਔਖਾ ਆ ਵੀ ਅਸੀਂ ਉਹਦਾ ਆਖਰੀ ਸਮੇਂ ਤੇ ਮਤਲਬ ਸੰਸਕਾਰ 'ਚ ਵੀ ਨਹੀਂ ਸ਼ਾਮਲ ਹੋ ਸਕੇ। ਪਰ ਹੁਣ ਹੋਰ ਕੁਛ ਸੰਭਵ ਨਹੀਂ ਹੈ। ਪਿਛਲੇ ਸਾਲ ਤੋਂ ਹੀ ਇਸੇ ਤਰੀਕੇ ਨਾਲ ਸਾਨੂੰ ਜਿਹੜੇ ਤਸੱਲੀਆਂ ਕਹਿ ਲਓ, ਝੂਠੀਆਂ ਤਸੱਲੀਆਂ ਕਹਿ ਲਓ, ਭੈਣ ਭਰਾਵਾਂ ਨੂੰ ਦੇਣੀਆਂ ਪੈ ਰਹੀਆਂ ਨੇ। ਪਰ ਇਹ ਮੌਜੂਦਾ ਜਿਹੜੀ ਸਥਿਤੀ ਹੈ ਜੀ ਵੀ ਇਹਦੇ ਨਾਲ ਆਪਾਂ ਨੂੰ ਨਿਪਟਣ ਦੇ ਲਈ ਸਾਥ ਹੀ ਦਿੱਤਾ ਜਾ ਸਕਦਾ ਜਿੰਨੇ ਵੀ ਲੋਕ ਇਸ ਵੇਲੇ ਫਰੰਟ ਲਾਈਨ ਤੇ ਐਫਰਟ ਕਰ ਰਹੇ ਆ ਵੀ ਇਸ ਨੂੰ ਕੰਟਰੋਲ ਕਰ ਰਿਹਾ ਜਾਏ। ਆਲਰਾਈਟ, ਪੰਜਾਬ ਵੱਲ ਅਸੀਂ ਭਾਰਤ ਵੱਲ ਅਸੀਂ ਜਾਣਦੇ ਹਾਂ, ਜੋ ਕਿ ਇੱਕ ਰਿਕਾਰਡ ਤੋੜ ਇੱਕ ਨਿਊਜ਼ ਸਾਡੇ ਸਾਹਮਣੇ ਆਈ ਹੈ। ਪਹਿਲਾਂ ਉਸ ਤੋਂ ਪਹਿਲਾਂ ਤੇ ਤੁਸੀਂ ਕੋਈ ਵੀ ਤਰ੍ਹਾਂ ਦਾ ਰਿਸ਼ਤਾ ਆਪਣੇ ਬੱਚੇ ਵਾਸਤੇ ਲੱਭ ਰਹੇ ਹੋ ਤਾਂ NRI ਮੈਰਿਜ ਬਿਊਰੋ ਨੂੰ ਕਾਲ ਕਰ ਸਕਦੇ ਹੋ 647-888-6000 ਤੇ। ਕੋਈ ਵੀ ਤਰ੍ਹਾਂ ਦਾ ਤੁਸੀਂ ਘਰ ਦਾ ਸਮਾਨ ਮੀਨਿੰਗ ਰੈਨੋਵੇਸ਼ਨ ਤੁਹਾਡੀ ਚੱਲ ਰਹੀ ਹੈ, ਬੋਰਡ ਤੋਂ ਲੈ ਕੇ ਵੈਨਿਟੀਜ਼ ਤੱਕ, ਫਾਇਰਪਲੇਸ ਤੱਕ, ਬੈਕ ਸਪਲੈਸ਼ ਤੱਕ, ਕਾਊਂਟਰ ਟਾਪਸ ਤੱਕ, you name it, they have it ਜੀ। MD ਹੋਮ ਇੰਪਰੂਵਮੈਂਟ ਦੇ ਵੀਰ ਡੀਜੇ ਨੂੰ ਕਾਲ ਕਰ ਸਕਦੇ ਹੋ 9054503007। ਲਾਈਨ ਸਾਰੀਆਂ ਫਲੈਸ਼ ਕਰ ਰਹੀਆਂ ਨੇ, ਪਰ ਉਸ ਤੋਂ ਪਹਿਲਾਂ ਆਪਾਂ ਦੋ ਤਿੰਨ ਨਿਊਜ਼ ਕਵਰ ਕਰ ਲਈ, ਫਿਰ ਤੁਹਾਡੇ ਕਾਲਸ ਲਈ ਜਾਣਗੇ। ਜੌਲ ਸਾਹਿਬ, ਭਾਰਤ ਦੇ ਵਿੱਚ ਰਿਕਾਰਡ ਤੋੜ ਗੈਸ ਅਤੇ ਡੀਜ਼ਲ ਦੀਆਂ ਪ੍ਰਾਈਸਿਸ ਕਾਫੀ ਵੱਡੀ ਰਕਮ ਦੇ ਵਿੱਚ ਸਬਸਟੈਂਸ਼ੀਅਲੀ ਐਕਚੁਅਲੀ ਇਟ ਵੈਂਟ ਅਪ। ਅੱਛਾ, ਇਹਨਾਂ ਵੈਸੇ ਜਿਹੜੇ ਹੁਣ ਸਰਕਾਰ ਦੇ ਜ਼ਿਆਦਾ ਝੰਡਾ ਬਰਦਾਰ ਜਾਂ ਭਗਤਣੀਆਂ ਵੀ ਕਹਿ ਲਓ, ਮੈਂ ਬੇਨਤੀ ਕਰਨੀ ਚਾਹਾਂਗਾ ਵੀ ਉਹਨਾਂ ਨਾਲ ਵੀ ਬੜਾ ਮੈਂ ਇਹ ਡਿਸਕਸ ਕੀਤਾ ਹੈ ਵੀ ਉਹਨਾਂ ਦੇ ਵਿੱਚ ਜਿਹੜੇ 2-4% ਇਹ ਲੋਕ ਆ ਜਾਣੀ ਇਹ ਦੇਖਣ ਨੂੰ ਮਿਲਦਾ ਵੀ ਜਾਣੀ ਕਮਜ਼ੋਰੀਆਂ ਨੂੰ ਉਹ ਢੱਕ ਕੇ ਰਿੰਨਣ ਦੀ ਕੋਸ਼ਿਸ਼ ਕਰ ਰਹੇ ਤੇ ਕਰ ਰਹੀਆਂ ਆ ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸਮਝਣ ਦੀ ਬਜਾਏ, ਕੋਈ ਗਲਤੀ ਮੰਨ ਲੈਣ ਦੀ ਬਜਾਏ ਕਮਜ਼ੋਰੀ ਮਨੁੱਖ 'ਚ ਰਹਿ ਹੀ ਜਾਂਦੀ ਆ। ਹੁਣ ਗਲਤੀਆਂ ਦਾ ਪੁਤਲਾ ਆਪਣੇ ਇੱਥੇ ਜਸਟਨ ਟਰੂਡੋ ਬਾਕੀ ਸਾਰੇ ਗਲਤੀ ਕਰਦੇ ਹੋ, ਸੌਰੀ ਹਨਾ, ਤੇ ਉੱਥੇ ਅਪੋਲੋਜਾਈਜ਼ ਵਰਡ ਕਦੀ ਸੁਣਿਆ ਕਿਸੇ ਨੇ ਕਿਸੇ ਤੋਂ ਹਨਾ, ਲੀਡਰ ਤੋਂ, ਜਿਹਨੂੰ ਲੀਡਰ ਬਣਾਇਆ ਹੋਇਆ, ਜਿਹਨਾਂ ਨੂੰ ਕਹਿ ਲਓ ਲੀਡਰ ਹੈ ਕਿ ਨਹੀਂ ਉਹ ਤਾਂ ਹੁਣ ਪਤਾ ਲੱਗ ਹੀ ਰਿਹਾ। ਐਨੀਵੇਜ਼ ਹੁਣ ਇਹ ਪਿਛਲੇ ਮਹੀਨਿਆਂ ਤੋਂ ਰੌਲਾ ਪਾਇਆ ਜਾ ਰਿਹਾ ਵੀ ਇੰਨੀ ਵੱਡੀ ਤਾਦਾਦ ਦੇ ਵਿੱਚ ਗੈਸ ਦੀ ਪ੍ਰਾਈਸ, ਪੈਟਰੋਲ ਪੰਪਾਂ ਤੇ ਪੈਟਰੋਲ ਦੀ ਕੀਮਤ, ਡੀਜ਼ਲ ਦੀ ਕੀਮਤ ਜਿਹੜੀ ਹੈ ਲਗਾਤਾਰਤਾ ਦੇ ਨਾਲ ਅੱਪ ਜਾ ਰਹੀ ਆ। ਉਹਦੇ ਲਈ ਫਿਰ ਭਗਤਣੀਆਂ ਸਾਨੂੰ ਇਹ ਦੱਸਦੇ ਆ ਜੀ ਨਹੀਂ ਜੀ ਇੰਟਰਨੈਸ਼ਨਲੀ ਆਇਲ ਦੀ ਪ੍ਰਾਈਸ ਅੱਪ ਜਾ ਰਹੀ ਆ, ਜੇ ਹੋ ਰਿਹਾ। ਪਰ ਹੁਣ ਜਦੋਂ $100 ਨੂੰ ਵੀ ਡਰਮ ਸੀਗਾ ਨਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੱਚੇ ਤੇਲ ਦਾ, ਉਸ ਵੇਲੇ ਵੀ $100 ਨੂੰ ਲੀਟਰ ਨਹੀਂ ਸੀ ਉੱਥੇ ਕਦੀ ਵੀ ਪੈਟਰੋਲ ਹੋਇਆ। ਅੱਜ ਲੇਕਿਨ ਕਿ ਆਪਾਂ ਦੇਖ ਰਹੇ ਹਾਂ ਵੀ $64 ਦੇ ਆਸ-ਪਾਸ ਆ ਕੱਚੇ ਤੇਲ ਦੀ ਕੀਮਤ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ। ਤੇ ਇਹ $100 ਨੂੰ ਪਹਿਲੀ ਵਾਰ ਭਾਰਤ ਦੀ ਹਿਸਟਰੀ ਦੇ ਵਿੱਚ ਪੈਟਰੋਲ ਦੀ ਕੀਮਤ ਕ੍ਰੋਸ ਕਰ ਗਈ ਅੱਜ। ਮਹਾਰਾਸ਼ਟਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਰਾਜਸਥਾਨ ਦੇ ਵਿੱਚ ਤੇ ਕਮਾਲ ਹੋਈ ਆ। $100 ਤੋਂ ਵੀ ਮਹਿੰਗਾ $102 ਲੀਟਰ ਪ੍ਰਤੀ ਜਿਹੜਾ ਇਹ ਪੈਟਰੋਲ ਆ ਇਹ ਵਿਕ ਰਿਹਾ। ਤੇ ਪੰਜਾਬ ਦੇ ਵਿੱਚ ਚਲੋ 93-100 ਤੇ 93 ਚ ਕਿੰਨਾ ਕੁ ਫਰਕ ਹੈ। ਜਲੰਧਰ ਦੇ ਵਿੱਚ 93-95 ਆਸ-ਪਾਸ 1 ਲੀਟਰ ਦੀ ਜਿਹੜੀ ਆ ਰੁਪਇਆਂ ਦੇ ਵਿੱਚ ਪ੍ਰਾਈਸ ਹੈਗੀ ਆ। ਜੇ ਹੁਣ ਇਹ $100 ਨੂੰ ਆਪਾਂ ਕਨਵਰਟ ਕਰੀਏ ਕੈਨੇਡੀਅਨ ਡਾਲਰ ਦੇ ਵਿੱਚ ਤੇ ਐਟਲੀਸਟ ਜਾਣੀ $1 ਤੇ ਇਹ 65 ਸੈਂਟ ਬਣਦੇ ਆ। $1 ਤੇ 65 ਸੈਂਟ ਮਤਲਬ ਬਰੈਂਪਟਨ ਨਾਲੋਂ ਮਹਿੰਗੀ ਗੈਸ ਇਸ ਵੇਲੇ ਜਲੰਧਰ ਦੇ ਵਿੱਚ ਆ ਹਨਾ, ਗੰਗਾਨਗਰ ਦੇ ਵਿੱਚ ਆ, ਮੱਧ ਪ੍ਰਦੇਸ਼ ਦੇ ਵਿੱਚ ਆ, ਬੰਬੇ ਦੇ ਵਿੱਚ ਆ। $1 ਤੇ 65 ਸੈਂਟ ਲੋਕ ਉੱਥੇ ਪੇ ਕਰ ਰਹੇ ਆ ਤੇ $1 ਤੇ 35 ਸੈਂਟ ਦੇ ਆਸ-ਪਾਸ ਇਸ ਵੇਲੇ ਬਰੈਂਪਟਨ ਦੇ ਵਾਸੀ 1 ਲੀਟਰ ਗੈਸ ਲਈ ਪੇ ਕਰ ਰਹੇ ਆ ਜੀ। ਵੈਰੀ ਸੈਡ। ਉਹਨਾਂ ਦਾ ਜੋ ਸਾਡੇ ਕਿਸਾਨ ਵੀਰ ਜੋ ਟਰੈਕਟਰਾਂ ਤੇ ਦਿਨੇ ਲੱਗ ਜਾਂਦੇ ਨੇ, ਫਿਰ ਰਾਤ ਨੂੰ ਪਤਾ ਨਹੀਂ ਕਿੰਨੇ ਕੁ ਲੀਟਰ ਲੱਗਦੇ ਨੇ ਇੱਕ ਕਿੱਲੇ ਦੇ, ਫਿਰ ਜਾਂਦੇ ਨੇ, ਫਿਰ ਤੇਲ ਪਵਾਉਂਦੇ ਨੇ, ਫਿਰ ਜਾਂਦੇ ਨੇ, ਫਿਰ ਤੇਲ ਪਵਾਉਂਦੇ ਨੇ ਕੰਬਾਈਨਾਂ ਦੇ ਐਂਡ ਆਲ ਦਿਸ ਸਟਫ। ਇਟ ਵਰਕਸ ਆਲ ਔਨ ਡੀਜ਼ਲ ਐਂਡ ਪੈਟਰੋਲ। ਕਮਾਲ ਦੀ ਗੱਲ ਹੈ ਵੀ ਪਿਛਲੇ 5 ਦਿਨਾਂ, ਪਿਛਲੇ 1 ਹਫ਼ਤੇ ਦੇ ਵਿੱਚ 5 ਵਾਰੀ ਜਾਣੀ ਪ੍ਰਾਈਸ ਜਿਹੜੀ ਆ ਉਹ ਹਾਈਕ ਕੀਤੀ ਗਈ ਆ, ਵਧਾਈ ਗਈ ਆ ਭਾਰਤ ਦੇ ਵਿੱਚ ਪੈਟਰੋਲ ਦੀ, ਡੀਜ਼ਲ ਦੀ ਹਨਾ।
ਹੁਣ ਤੁਸੀਂ ਦੇਖੋ ਵੀ ਅੱਜ ਇਹ $65 ਨੂੰ ਜੇ ਕੱਚੇ ਤੇਲ ਦਾ ਡਰਮ ਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇ $100 ਆ ਜੀ। ਕੱਲ ਨੂੰ ਜਦੋਂ ਇਹ ਡਰਮ ਡਿਮਾਂਡ ਵਧਣ ਨਾਲ $100 ਦਾ ਹੋਏਗਾ, ਯੂ ਕੈਨ ਵੈਲ ਇਮੇਜਿਨ ਵੀ ਪ੍ਰਾਈਸ ਕਿੱਥੇ ਜਾਵੇਗੀ ਐਂਡ ਸਰਵਾਈਵਲ ਰੇਟ ਕੀ ਹੋਵੇਗਾ, ਇਹ ਵੀ ਤਾਂ ਸੋਚਣ ਵਾਲੀ ਗੱਲ ਹੋਵੇਗੀ। ਇਨ ਜਨਰਲ ਉੱਥੇ ਮਾਰਕੀਟ ਪ੍ਰਾਈਸ ਤੁਸੀਂ ਕੰਪੇਅਰ ਕਰਕੇ ਦੇਖ ਲਓ ਕੈਨੇਡਾ ਅਮਰੀਕਾ ਦੇ ਨਾਲ, ਇਸ ਵੇਲੇ ਮਹਿੰਗਾਈ ਭਾਰਤ ਦੇ ਵਿੱਚ ਇਹਨਾਂ ਦੇਸ਼ਾਂ ਦੇ ਮੁਕਾਬਲੇ ਕਿਤੇ ਵੱਧ ਹੈ। ਗਰੀਬ ਗੁਰਬਿਆਂ ਦਾ ਵਿਚਾਰਿਆਂ ਦਾ ਝੂਮਰ ਨਿਕਲਿਆ ਪਿਆ। ਤੁਸੀਂ ਕਿਸੇ ਵੀ ਮਾਰਕੀਟ ਦੇ ਵਿੱਚ ਉੱਥੇ ਆਪਣੀ ਜਿਹੜੀ ਆ ਉਹ ਸ਼ਾਪਿੰਗ ਕਰਕੇ ਦੀ ਰਸੀਦ ਆ ਜਿਹੜੀ ਇੱਥੇ ਉਹੀ ਚੀਜ਼ਾਂ ਕੈਨੇਡਾ ਅਮਰੀਕਾ 'ਚ ਖਰੀਦ ਕੇ ਕੰਪੇਅਰ ਕਰ ਲਿਓ, ਕਨਵਰਟ ਕਰ ਲਿਓ ਤੇ ਦੇਖਿਓ ਕਿੱਥੇ ਮਹਿੰਗਾਈ ਕਿੰਨੀ ਆ। ਲੋ ਜੀ, ਲੈਂਦੇ ਪਹਿਲੀ ਕਾਲ ਔਨ ਦੀ 에ਅਰ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਜੋਲ ਸਾਹਿਬ ਦੇਖੋ, ਤੁਸੀਂ ਇੱਕ ਮੋਟਾ ਜਿਹਾ ਦੇਖੇ ਤਾਂ ਬਈ ਇਹ ਮੋਦੀ ਸਾਹਿਬ ਨੇ ਅਰਬਾਂ ਰੁਪਈਆ ਦਾ ਆਪਣੇ ਸੈਰ ਸਪਾਟੇ ਤੇ 35,000 ਕਰੋੜ ਦੀ ਮੂਰਤੀ ਤੇ ਟਰੰਪ ਗਿਆ 7.25 ਕਰੋੜ ਤੇ ਤੁਹਾਨੂੰ ਮੇਰਾ ਜ਼ਿਆਦਾ ਪਤਾ ਜਿੱਥੇ ਤੇ ਖਰਚਿਆ। ਹੁਣ ਉਹ ਪੈਸਾ ਕਿੱਥੋਂ ਆਇਆ ਸੀ? ਉਹ ਕਾਂਗਰਸ ਹੀ ਛੱਡ ਕੇ ਗਈ ਸੀ ਨਾ ਉਹ ਪੈਸਾ, ਇਹ ਤਾਂ ਕਮਾ ਨਹੀਂ ਲਿਆ ਕੇ। ਤੇ ਤੁਸੀਂ ਇਹ ਦੇਖੋ ਵੀ ਉਹ ਪੈਸਾ ਬੇਕਾਰ, ਜਮਾਂ ਬੇਕਾਰ ਖੂਹ ਸਿੱਟਣ ਵਾਲੀ ਗੱਲ ਆ। ਉਦੋਂ ਤਾਂ ਇਹਨੇ ਪੈਸਾ ਖਰਚਣ ਲੱਗਿਆ ਅੱਗਾ ਪਿੱਛੇ ਦੇਖਿਆ। ਹੁਣ ਜਦੋਂ ਮੁਸੀਬਤ ਆਈ ਤਾਂ ਹੁਣ ਤੁਸੀਂ ਦੇਖੋ ਵੀ ਨੇਪਾਲ ਪ੍ਰਧਾਨ ਨਾਲ ਕੀ ਹੈਲਪ ਕਰ ਰਹੇ ਨੇ ਇਹਨਾਂ ਦੀ, ਹਨਾ। ਜਦੋਂ ਕੋਲ ਸੀਗਾ ਉਦੋਂ ਤਾਂ ਹੁਣ ਠੂਠਾ ਫੜ ਕੇ ਲੋਕਾਂ ਤੋਂ ਮੰਗਣ ਤੁਰੇ ਵਾ। ਤੁਸੀਂ ਵੀ ਦੱਸਿਆ ਵੀ ਬੈਠੇ ਜਦੋਂ ਕੋਲ ਸੀ ਉਹਦਾ ਬਾਹਰ ਭੇਜਤੀ, ਆਪਣੇ ਆਖਰੀ ਵੀ ਬਾਹਰ ਭੇਜੀ ਆ। ਤੇ ਹੁਣ ਆਹ ਹਾਲਾਤ ਬਣਾਤੇ ਆ ਵੀ ਡਾਕਟਰ ਛੱਡ ਗਿਆ ਤੇ ਹਸਪੀਟਲ ਭੱਜ ਰਹੇ ਲੋਕਾਂ ਨੂੰ ਮਰਦਿਆਂ ਛੱਡ ਕੇ, ਹਨਾ। ਤੇ ਨਾ ਅਜੇ ਤੱਕ ਕੋਈ ਪ੍ਰੈਸ ਕਾਨਫਰੰਸ ਕੀਤੀ ਆ। ਇੱਕ ਚੁਣਿਆ ਹੋਇਆ ਪ੍ਰਧਾਨ ਮੰਤਰੀ ਆ, ਡਿਕਟੇਟਰ ਹੋਵੇ ਉਹਨੂੰ ਨਹੀਂ ਲੋੜ ਪੈਂਦੀ, ਹਨਾ। ਚੁਣੇ ਪ੍ਰਧਾਨ ਮੰਤਰੀ ਜਵਾਬ ਦੇ ਹੁੰਦਾ। ਇਹ ਤੁਸੀਂ ਇਹ ਦੇਖੋ ਵੀ ਮਨਮੋਹਨ ਸਿੰਘ ਤੋਂ ਬਾਅਦ ਕਿਹੜੇ ਸਾਨੂੰ ਚੇਂਜ ਦੀ ਲੋੜ ਆ। ਇਹ ਚੇਂਜ ਲਿਆ ਕੇ ਇਹਨਾਂ ਨੇ ਖੁਦ ਆਪਣੇ ਪੈਸੇ ਕੁਹਾੜੀ ਮਾਰੀਏ, ਫਿਰ ਰੋਡੇ ਖਾ ਤੇ ਇਹ ਨਹੀਂ ਵੋਟ ਪਾ ਕੇ ਜਿੱਤ ਆਇਆ ਸੀ। ਥੈਂਕ ਯੂ। ਹਾਂ, ਵੈਸੇ ਹੁਣ ਜੇ ਅੱਛੇ ਦਿਨਾਂ ਦਾ ਨਾਰਾ ਸੀ ਤੇ ਲੱਗਦਾ ਇਹਨਾਂ ਨੂੰ ਨਾਰਾ ਦੇ ਦੇਣਾ ਚਾਹੀਦਾ ਵੀ ਬੁਰੇ ਦਿਨ ਆਉਣਗੇ, ਕਿਉਂਕਿ ਇਹ ਤੋਂ ਬੁਰੇ ਕੀ ਹੋਣਗੇ, ਇਹ ਤੋਂ ਬੁਰੇ ਕੀ ਹੋਣਗੇ। ਹੁਣ ਜੇ ਬੁਰੇ ਦਿਨਾਂ ਦਾ ਨਾਰਾ ਦੇਣਗੇ ਤੇ ਸ਼ਾਇਦ ਚੰਗੇ ਹੀ ਆ ਜਾਣ। ਸੋ ਅੱਛੇ ਦਿਨ ਇਹ ਆ ਚੁੱਕੇ ਆ। ਇਹੋ ਜਿਹੇ ਅੱਛੇ ਗੁਰੂ ਮਹਾਰਾਜ ਜੀ ਦੁਨੀਆ ਦੇ ਵਿੱਚ, ਮਨੁੱਖਤਾ ਦੇ ਵਿੱਚ ਕਿਸੇ ਵੀ ਜੀਵ ਦੀ ਜੀਵਨ ਵਿੱਚ ਨਾ ਆਉਣ। ਉਹ ਤੁਸੀਂ ਮਰ ਰਹੇ ਹੋ, ਤੁਹਾਨੂੰ ਹਵਾ ਨਹੀਂ ਮਿਲ ਰਹੀ ਸਾਹ ਲੈਣ ਵਾਸਤੇ। ਕਮਾਲ ਦੀ ਗੱਲ ਹੈ, ਕਮਾਲ ਦੀ ਇਹ ਲੀਡਰਸ਼ਿਪ ਹੈ। ਚਲੋ ਅਸੀਂ ਪਰਸਨਲੀ ਕਿਸੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ, ਪਰ ਫਿਰ ਔਰ ਮੈਂ ਸਮਝਾਂਗਾ ਜਿਹੜੀਆਂ ਗਲਤੀਆਂ ਹੋ ਜਾਣਾ ਜੀ ਉਹ ਸਵੀਕਾਰ ਕਰ ਲਈਏ, ਤਦੀ ਵਿਅਕਤੀ ਵੱਡੇ ਦਿਲ ਨਾਲ ਆਪਣੀਆਂ ਗਲਤੀਆਂ ਸੁਧਾਰ ਕੇ ਅੱਗੇ ਚੱਲ ਸਕਦਾ। ਜੇ ਢੱਕ ਕੇ ਹੀ ਨਹੀਂ ਤੁਰਿਆ ਚੱਲੂਗਾ, ਪਰਦੇ ਹੀ ਪਾਈ ਤੁਰਿਆ ਚੱਲੂਗਾ, ਤੇ ਇਹ ਕੋਈ ਲੀਡਰਸ਼ਿਪ ਦਾ ਮੈਂ ਸਮਝਾਂਗਾ ਕਿ ਪ੍ਰਗਟਾਵਾ ਨਹੀਂ ਹੈ। ਉਸ ਲਿਹਾਜ਼ ਨਾਲ ਚਲੋ ਇਹ ਇਸ ਵੇਲੇ ਔਖਾ ਸਮਾਂ, ਮੈਨੂੰ ਕੱਲ ਕਿਸ ਤਰ੍ਹਾਂ ਦਾ ਵੀ ਮੈਸੇਜ ਆਇਆ ਸੀ, ਹਾਂਜੀ ਵੀ ਇਸ ਵੇਲੇ ਨੁਕਸ ਕੱਢਣ ਦਾ ਵੇਲਾ ਨਹੀਂ ਆ, ਮਦਦ ਕਰਨ ਦਾ, ਸਹਿਯੋਗ ਕਰਨ ਦਾ ਵੇਲਾ ਹੈ। ਤੇ ਉਹ ਸਹਿਯੋਗ ਤੇ ਲੋਕ ਵਿਚਾਰੇ ਇੱਕ ਦੂਜੇ ਦਾ ਕਰ ਰਹੇ ਆ, ਕਿਸੇ ਦੀ ਕੋਈ ਬਚਾ ਰਿਹਾ, ਇੱਥੋਂ ਡੋਨੇਸ਼ਨਸ ਜਾ ਰਹੀਆਂ, ਸਭ ਕੁਛ ਕੀਤਾ ਜਾ ਰਿਹਾ। ਪਰ ਇਹ ਤਾਂ ਹੁਣ ਆਪੋ ਆਪਣੇ ਕਮਰਿਆਂ 'ਚ, ਕੋਠੀਆਂ 'ਚ ਬੰਦ ਬੈਠੇ ਆ ਇਲੈਕਟ ਹੋਣ ਤੋਂ ਬਾਅਦ, ਹਨਾ। ਤੇ ਉੱਥੋਂ ਬੈਠ ਕੇ ਕਿਤੇ ਕਾਨਫਰੰਸ ਕਰ ਲਈ, ਕਿਤੇ ਨਾ ਕਰ ਲਈ। ਤੇ ਡਿਕਟੇਟਰਾਂ ਨੂੰ ਵੀ ਲੋੜ ਪੈ ਜਾਂਦੀ ਹੈ ਪ੍ਰੈਸ ਕਾਨਫਰੰਸ ਕਰਨ ਦੀ। ਇਹ ਨਹੀਂ ਵੀ ਡਿਕਟੇਟਰ ਪ੍ਰੈਸ ਕਾਨਫਰੰਸ ਨਹੀਂ ਕਰਦੇ, ਹਨਾ। ਸੋ ਜਵਾਬਦੇਹੀ ਆ, ਜਿਹੜੀ ਰਿਸਪੋਂਸਿਬਿਲਿਟੀ ਆ, ਜੇ ਚੌਥਾ ਪਿੱਲਰ ਆ ਮੀਡੀਆ, ਤੇ ਉਹਦੇ ਪੇਸ਼ ਸਾਹਮਣੇ ਹੋਣ ਤੋਂ ਡਰ ਕਿਉਂ ਲੱਗਦਾ? ਬਿਲਕੁਲ ਜੀ। 81320 DCJ Logistics are the program sponsor ਕਰ ਰਹੇ ਹਨ ਜੀ। ਉਹਨਾਂ ਡਰਾਈਵਰਸ ਜਿਹਦੇ ਨੇ ਓਨਰ ਆਪਰੇਟਰ ਮਿਡਵੈਸਟ USA ਕੈਲੀਫੋਰਨੀਆ Toronto to Montreal City owner operators ਨੂੰ $1.48 with fuel discount। DCJ Logistics 647-680-6023 647-680-6023 ਬੈਡ ਬਾਥ ਐਂਡ ਡੈਕੋਰ ਤੇ ਜਾ ਕੇ ਤੁਸੀਂ ਮਦਰ ਇੰਡੀਆ ਹਰਬਲ ਸ਼ੈਂਪੂ ਜੋ ਕਿ 7 ਮਿੰਟਾਂ ਦੇ ਵਿੱਚ ਤੁਹਾਡੇ ਵਾਲ ਰੰਗ ਦੇਵੇਗਾ ਜੀ, ਬਰਾਊਨ ਬਲੈਕ, ਅਤੇ ਨਾਲ ਇਸ ਸ਼ੈਂਪੂ ਦੇ ਨਾਲ ਕੋਈ ਵੀ ਤਰ੍ਹਾਂ ਦਾ ਤੁਹਾਡਾ ਸਕਿਨ ਤੇ ਇਫੈਕਟ ਨਹੀਂ ਹੋਵੇਗਾ, ਟੱਬ ਦੇ ਕੋਈ ਸਟੇਨ ਨਹੀਂ ਪਵੇਗਾ। ਬੈਡ ਬਾਥ ਐਂਡ ਡੈਕੋਰ ਤੇ ਜਾ ਕੇ ਤੁਸੀਂ ਵੀਰ ਜੌਲ ਸਾਹਿਬ ਨੂੰ ਵੀ ਕਾਲ ਕਰ ਸਕਦੇ ਹੋ। 25 ਚੈਰੀ ਕ੍ਰੈਸਟ ਡਰਾਈਵ, ਕੁਈਨ ਐਂਡ ਚੈਰੀ ਕ੍ਰੈਸਟ 647-207-4644। ਜੌਲ ਸਾਹਿਬ ਗੱਲਬਾਤ ਕਰੀਏ ਵੈਨਕੂਵਰ ਦੀ। ਸਭ ਤੋਂ ਵੱਡੀ ਖਬਰ UN ਗੈਂਗ ਜੋ ਕਾਫੀ ਆਈ ਸ਼ੁੱਡ ਸੇ ਮਸ਼ਹੂਰ ਗੈਂਗ ਹੈ ਜੀ ਅਨਫੋਰਚੂਨੇਟਲੀ, ਐਂਡ ਉਸਦੇ ਵਿੱਚ ਇੱਕ ਗੈਂਗਸਟਰ ਭਾਵ ਆਪਣਾ ਹੀ ਪੰਜਾਬੀ ਮੁੰਡਾ 28 ਸਾਲਾਂ ਦਾ। ਆਈ ਐਮ ਵੈਰੀ ਸਰਪ੍ਰਾਈਜ਼ਡ ਕਿ ਕੀ ਹੋ ਰਿਹਾ ਵੈਨਕੂਵਰ ਦੇ ਵਿੱਚ। ਉਸਦੀ ਮੌਤ ਹੋ ਚੁੱਕੀ ਹੈ ਐਂਡ ਮਲਟੀਪਲ ਸ਼ਾਟਸ ਫਾਇਰ ਕੀਤੇ ਗਏ ਸਨ ਵੈਨਕੂਵਰ ਏਅਰਪੋਰਟ ਦੇ ਵਿੱਚ। ਕੱਲ 2 ਅਨਨੋਨ ਗਨਮੈਨ ਆਏ ਸੀ, ਤੇ ਇਹਦੀ ਕੀ ਖਬਰ ਹੈ ਜੀ? ਅਰਸ਼, ਵੈਸੇ ਇਹੀ ਗੱਲ ਆ ਵੀ ਕੋਈ ਮਰੇ ਤੇ ਕੋਈ ਜੀਵੇ, ਸੋਥਰਾ ਘੋਲ ਪਤਾਸੇ ਪੀਵੇ, ਹਨਾ। ਆਪਣਾ ਹੁਣ ਗੈਂਗਸਟਰ, ਮੈਂ ਦੇਖੋ ਦੇਸ਼ ਦੇ ਵਿੱਚ ਲੋਕਡਾਊਨ ਆ, ਜੰਗ ਕਰੋਨਾ ਵਾਇਰਸ ਨਾਲ ਚੱਲ ਰਹੀ ਆ ਜੀ, ਤੇ ਇਹ ਗੈਂਗਸਟਰਾਂ ਦੀ ਇੱਕ ਆਪਣਾ ਹੀ ਸੰਸਾਰ ਜਿਹੜਾ ਰਚਿਆ ਹੋਇਆ।
ਇੱਕ ਵੀਕ ਦੇ ਵਿੱਚ ਵੈਨਕੂਵਰ ਤੇ ਸਰੀ ਦੇ ਵਿੱਚ 2 ਪੰਜਾਬੀ ਮੁੰਡੇ ਗੈਂਗ ਜਿਹੜੇ ਉਹ ਮਤਲਬ ਮਾਰ ਇੱਕ 19 ਸਾਲ ਦਾ ਸੀਗਾ ਥੋੜੇ ਦਿਨ ਪਹਿਲਾਂ ਅਜੇ ਮਰਿਆ ਹਨਾ 28 ਸਾਲ ਦਾ ਸੀਗਾ ਕਰਮਨ ਗਰੇਵਾਲ, ਬੜਾ ਵੈਲ ਨੋਨ ਟੂ ਪੁਲਿਸ ਸੀਗਾ, ਤਰ੍ਹਾਂ ਦੇ ਮਤਲਬ ਕਿ ਯੂ ਨੇਮ ਇਟ ਵੀ ਕਿੱਦਾਂ ਦੇ ਇੱਥੇ ਕੇਸ ਨਹੀਂ ਸੀਗੇ, ਡਰੱਗਸ ਦੇ ਵੀ ਸੀਗੇ, ਪੁਲਿਸ ਅਫਸਰਾਂ ਨਾਲ ਲੜਨ ਝਗੜਨ ਦੇ ਵੀ ਸੀਗੇ, ਗ੍ਰਿਫਤਾਰੀ ਦੇ ਵਿਰੋਧ ਦੇ, ਐਕਸੀਡੈਂਟ ਕਰਕੇ ਗੱਡੀ ਭਜਾਉਣ ਦੇ ਵੀ ਸੀਗੇ, ਸੋ ਨਸ਼ਿਆਂ ਦੇ ਵੀ ਸੀਗੇ, ਸੋ ਯੂ ਨੇਮ ਇਟ। ਸੋ ਇਹ ਬੜਾ ਵੈਲ ਨੋਨ ਸੀਗਾ। ਉਮਰ ਅਜੇ 28 ਸਾਲ ਸੀਗੀ। ਬਾਅਦ ਚ ਪੇਰੈਂਟਸ ਤੇ ਹੁਣ ਅੱਖਾਂ ਚ ਘੁਸਾਉਂਦੇ ਲੈਂਦੇ ਨਾ, ਸਾਨੂੰ ਪਤਾ ਨਹੀਂ ਲੱਗਾ, ਪਰ ਜਦੋਂ ਉਹਨਾਂ ਨੂੰ ਕੋਈ ਦੱਸੇ ਉਸ ਵੇਲੇ ਉਹ ਸੁਣਦੀਆਂ ਨਹੀਂ ਗੇ, ਮਾਂ ਬਾਪ ਵੀ ਸੁਣਦੀਆਂ ਨਹੀਂ ਵੀ ਇਹ ਗੱਲ ਸੱਚੀ ਹੋਊਗੀ ਵੀ ਨਹੀਂ ਸਾਡਾ ਮੁੰਡਾ ਉਹ ਤਾਂ ਕਮਾਲ ਹੈ, ਸਾਡੀ ਕੁੜੀ ਇਹ ਤਾਂ ਦੁਨੀਆ 'ਚ ਇਹੋ ਜਿਹਾ ਹੋਰ ਕੋਈ ਹੈ ਹੀ ਨਹੀਂ ਹੈ। ਸੋ ਇਸ ਕਰਕੇ ਜਦੋਂ ਪਹਿਲਾਂ ਤੁਸੀਂ ਸਿਫਤਾਂ ਹੀ ਕਰੀ ਤੁਰੀ ਜਾਂਦੇ ਹੋ, ਸਿਫਤਾਂ ਹੀ ਸੁਣੀ ਤੁਰੀ ਜਾਂਦੇ ਹੋ, ਤੇ ਜਦੋਂ ਭਾਂਡਾ ਮੂੰਹਦਾ ਪੈਂਦਾ ਫਿਰ ਮਤਲਬ ਫਿਰ ਮੈਨੂੰ ਰੋਣ ਤੇ ਨਹੀਂ ਬੋਲਾ ਤਰਸ ਆਉਂਦਾ। ਮੈਂ ਤੁਹਾਨੂੰ ਦੱਸਾਂ ਜਦੋਂ ਇਸ ਵੇਲੇ ਆਹ ਸਿਚੁਏਸ਼ਨ ਬਣਦੀ ਹੈ ਹਨਾ, ਵੀ ਤੁਸੀਂ ਪਹਿਲਾਂ ਸੁੱਤੇ ਪਏ ਆ ਹਨਾ ਆਰਾਮ ਨਾਲ, ਜੇ ਕੋਈ ਦੱਸੇ ਵੀ ਆ ਕੇ ਤੇ ਨਹੀਂ ਮੰਨਣਾ। ਸੋ ਉਸ ਲਿਹਾਜ਼ ਨਾਲ ਕਰਮਨ ਗਰੇਵਾਲ ਸੀਗਾ 28 ਸਾਲ ਦਾ, ਵੈਨਕੂਵਰ ਇੱਕ ਫਿਲਮੀ ਸੀਨ ਲੱਗਦਾ, ਡਿਪਾਰਚਰ ਹਾਲ ਦੇ ਵਿੱਚ ਜਾ ਕੇ ਹਨਾ, ਡਿਪਾਰਚਰ ਹਾਲ ਦੇ ਵਿੱਚ ਜਾ ਕੇ ਗੋਲੀਆਂ ਮਾਰੀਆਂ, ਦੋਨੇ ਜਾਣੀ ਕਿ ਜਿਹੜੇ ਗਨੀਮਤੀ ਸਾਜ਼ਿਸ਼ ਨਾਲ ਹਮਲਾਵਰ ਫਰਾਰ ਹੋ ਗਏ ਆ। ਤੇ ਇਹ ਹੁਣ ਗੈਂਗ ਦਾ ਨਾਂ ਰੱਖਿਆ ਸੀਗਾ ਯੂਨਾਈਟਿਡ ਨੇਸ਼ਨਜ਼ ਗੈਂਗ, UN ਗੈਂਗ। ਸੋ ਬੜਾ ਨੋਨ ਕਹਿ ਲਓ ਵੀ ਇਹ ਉੱਥੇ ਸੀਗਾ ਕਰਮਨ ਗਰੇਵਾਲ। ਤੇ ਪਰ ਇਹਨਾਂ ਦੀ ਜਿਹੜੀ ਐਕਟੀਵਿਟੀ ਹੈ ਇਸ ਗੈਂਗ ਦੀ ਬੜੇ ਲੰਬੇ ਸਮੇਂ ਤੋਂ ਕਿਤੇ ਚੱਲ ਰਹੀ ਸੀਗੀ, ਕਿਉਂਕਿ ਇਹਦਾ ਇੱਕ ਸਾਥੀ ਆ ਜਿਹੜਾ ਬੜਾ ਕਰੀਬੀ ਸਮਝਿਆ ਜਾਂਦਾ ਵੀ ਬਹੁਤ ਸਾਰੇ ਬਹੁਤ ਹੀ ਮਸ਼ਹੂਰ ਜਿਮੀ ਸੰਧੂ ਇਹਨੂੰ ਤਾਂ ਡਿਪੋਰਟ ਕਰ ਦਿੱਤਾ ਗਿਆ ਨਹੀਂ ਜਦੋਂ ਭੱਲ ਵੱਜਦੀ ਕੈਨੇਡਾ ਦੇ ਵਿੱਚ ਜੀ, ਇਹਨੂੰ 2016 ਦੇ ਵਿੱਚ ਇੱਥੋਂ ਮੋੜ ਦਿੱਤਾ ਗਿਆ ਸੀਗਾ ਵਾਪਸ। ਸੋ ਹੁਣ ਇਹ ਭਾਈ ਸਾਹਿਬ ਕਰਮਨ ਗਰੇਵਾਲੇ ਦੀ ਇਸ ਤਰ੍ਹਾਂ ਜ਼ਿੰਦਗੀ ਦਾ ਅੰਤ ਹੋਇਆ ਵੀ ਏਅਰਪੋਰਟ ਦੇ ਡਿਪਾਰਚਰ ਹਾਲ ਦੇ ਵਿੱਚ ਜਾ ਕੇ ਇਹਦੇ ਹੀ ਕੋਈ ਵਿਰੋਧੀਆਂ ਇਹਨੂੰ ਗੋਲੀਆਂ ਮਾਰੀਆਂ ਜੀ। ਇਨਵੈਸਟੀਗੇਸ਼ਨ ਹੈ ਜਿਹੜੀ ਪੁਲਿਸ ਦੀ ਜਾਰੀ ਹੈ। ਵੈਰੀ ਸੈਡ। ਪਹਿਲਾਂ ਬਿੰਦੀ ਜੋਹਲ ਦਾ ਨਾਮ, ਉਸ ਤੋਂ ਬਾਅਦ ਵੈਨਕੂਵਰ ਦੇ ਵਿੱਚ ਫਿਰ ਵੱਡੇ ਵੱਡੇ ਥੰਮ ਦੇ ਨਾਮ ਜੋ ਕਿ ਡਰੱਗ ਡੀਲਰ, ਡਰੱਗ ਗੈਂਗਸਟਰਸ ਵੈਨਕੂਵਰ ਦੇ ਵਿੱਚ ਸਾਡੀ ਹੀ ਕਮਿਊਨਿਟੀ ਦੇ ਵਿੱਚੋਂ ਜੰਪਲ ਮੁੰਡੇ, ਨਾਓ ਹੁਣ UN ਗੈਂਗ। ਪਤਾ ਨਹੀਂ ਵੈਨਕੂਵਰ ਦੇ ਵਿੱਚ ਸ਼ੁਕਰ ਹੈ ਇੱਥੇ ਇੰਨਾ ਨਹੀਂ ਹੈ, ਆਈ ਫੀਲ ਇਨ ਟੋਰਾਂਟੋ ਆਂਟਰੀਓ ਹੋਣਗੇ ਬਟ ਨਾਟ ਇਨ ਦੈਟ ਲੈਵਲ, ਬਟ ਵੈਨਕੂਵਰ ਵਨ ਆਫ ਦ ਨੋਨ ਕਹਿ ਲਈਏ ਕਿ ਗੈਂਗਸਟਰਸ ਸਿਟੀਜ਼ ਕਹਿ ਲਈਏ, ਪੰਜਾਬੀਆਂ ਦਾ ਗੜ। ਅੱਛਾ ਦੇਖੋ, ਇਹਨਾਂ ਨੂੰ ਕੋਈ ਜੰਮਣ ਵਾਲਾ, ਕੋਈ ਵੱਡੇ ਕਰਨ ਵਾਲਾ, ਕੋਈ ਸਕੂਲੇ ਭੇਜਣ ਵਾਲਾ, ਕੋਈ ਲੈ ਕੇ ਵਾਪਸ ਆਉਣ ਵਾਲਾ, ਕੋਈ ਪੇਰੈਂਟ, ਕੋਈ ਬਾਬਾ ਦਾਦਾ ਕੋਈ ਹੈਗੇ ਹੀ ਆ ਜੀ, ਤੇ ਉਹਨਾਂ ਨੂੰ ਜਾਣੀ ਐਡੀਆਂ ਇਹਨਾਂ ਦੀਆਂ ਐਕਟੀਵਿਟੀਜ਼ ਦਾ ਪਤਾ ਹੀ ਨਹੀਂ ਵੀ ਇਹ ਗੱਲਾਂ ਲਈ ਫਿਰਦੇ ਆ। ਐਂਡ ਸਭ ਤੋਂ ਵੱਡੀ ਗੱਲ ਹੈ ਕਿ ਜੇ ਕੋਈ ਕਹੇ ਨਾ ਕੋਈ ਪੇਰੈਂਟ ਕਿ ਮੇਰੇ ਬੱਚੇ ਨੂੰ ਇੱਦਾਂ ਕੁਝ ਮੈਨੂੰ ਪਤਾ ਨਹੀਂ ਸੀ, ਵਹੀ ਵੱਡੇ ਵੱਡੇ ਪੋਸਟਰ ਲੱਗੇ ਨੇ ਪੁਲਿਸ ਸਟੇਸ਼ਨਾਂ ਦੇ ਵਿੱਚੋਂ ਕਿ ਦੇ ਦ ਮੋਸਟ ਵਾਂਟਡ, ਉਹ ਤੇ ਉਦਾਂ ਹੀ ਲਾਤਾ ਜੀ, ਸਾਡੇ ਮੁੰਡੇ ਸਾਡੀ ਕੁੜੀ ਨੇ ਤਾਂ ਕੁਝ ਕੀਤਾ ਹੀ ਨਹੀਂ ਹੈ, ਇਹ ਉਦਾਂ ਹੀ ਲਾਤਾ। ਤੇ ਪੁਲਿਸ ਪਾਗਲ ਥੋੜੀ, ਆਪੇ ਜੱਜ, ਆਪੇ ਪੁਲਿਸ, ਆਪੇ ਵਕੀਲ ਬਣ ਜਾਣਾ ਬਿਨਾਂ ਗੱਲ ਤੋਂ। ਐਂਡ ਉਦੋਂ ਜਦੋਂ ਕਨਫਰੰਟ ਕਰਨਾ ਸਾਨੂੰ ਤਾਂ ਪਤਾ ਹੀ ਨਹੀਂ ਸੀ। ਉਹੀ ਆ, ਇਸੇ ਕਰਕੇ ਫਿਰ ਜਦੋਂ ਪਿੱਟ ਸਿਆਪੇ ਜਾਣੀ ਮੌਤ ਤੋਂ ਬਾਅਦ ਪੈਂਦੇ ਆ, ਮੈਨੂੰ ਥੋੜੀ ਜਿਹੀ ਉਹਨਾਂ ਨਾਲ ਹਮਦਰਦੀ ਫਿਰ ਘੱਟ ਹੁੰਦੀ। ਮੈਂ ਇਹ ਔਨ ਦੀ ਏਅਰ ਕਹਿ ਰਿਹਾ, ਭੈਣ ਭਰਾਓ ਤੁਸੀਂ ਪਹਿਲਾਂ ਥੋੜਾ ਜਿਹਾ ਇਹ ਜਿਹੜਾ ਸਿਫਤਾਂ ਸੁਣੀ ਜਾਣ ਤੇ ਸਿਫਤਾਂ ਕਰੀ ਜਾਣ ਦਾ ਝੂਠੀਆਂ ਦਾ ਸੁਭਾਅ ਬਣਾਇਆ ਹੋਇਆ ਨਾ, ਇਹਨੂੰ ਥੋੜਾ ਚੇਂਜ ਕਰੋ, ਥੋੜਾ ਰਿਐਲਿਟੀ ਦੇ ਵਿੱਚ ਆਓ, ਬੱਚਿਆਂ ਦੀ ਐਕਟੀਵਿਟੀ ਨੂੰ ਸਹੀ ਫੋਲੋ ਕਰੋ। ਕਮਰਿਆਂ ਦੇ ਵਿੱਚ ਬੈਠੇ ਟੈਲੀਫੋਨ ਲੈ ਕੇ, ਟੈਲੀਫੋਨ ਤੁਸੀਂ ਦਿੱਤੇ ਹੋਏ ਇਹਨਾਂ ਨੂੰ ਲੈਪਟਾਪਾਂ, ਦੇਖੋ ਸਹੀ ਵੀ ਅੱਧੀ ਰਾਤ ਹੋ ਕੀ ਰਿਹਾ ਟੈਲੀਫੋਨਾਂ ਤੇ, ਉਹਨਾਂ ਲੈਪਟਾਪਾਂ ਤੇ ਹੋ ਕੀ ਰਿਹਾ। ਜਾਂ ਮੈਂ ਪੁੱਛਦਾ ਵੀ ਬੈਡਰੂਮ ਦੇ ਵਿੱਚ ਕੰਪਿਊਟਰ ਦਾ ਤੇ ਸੈੱਲ ਫੋਨ ਦਾ ਕੰਮ ਕੀ ਹੈ? ਅੱਧੀ ਰਾਤ ਵੇਲੇ ਬੈਡਰੂਮ ਸੌਣ ਵਾਸਤੇ ਹੈ, ਕਿਹਨੇ ਬੈਡਰੂਮ ਸੌਣ ਵਾਸਤੇ ਹੀ ਰੱਖਿਆ ਹੋਇਆ, ਜਾਂ ਕਿਹਨੇ ਉੱਥੇ ਰਜਾਈਆਂ ਦੇ ਵਿੱਚ ਕੰਪਿਊਟਰ ਤੇ ਸੈੱਲ ਫੋਨ ਨਹੀਂ ਰੱਖੇ ਹੋਏ। ਉੱਥੇ ਸੈੱਲ ਫੋਨ ਤੇ ਅੱਧੀ ਰਾਤ ਤੋਂ ਬਾਅਦ ਕੀ ਹੋ ਰਿਹਾ? ਜਾਂ 10-15 ਸਾਲ ਦਾ ਤੁਹਾਡਾ ਕੋਈ ਬੱਚਾ ਜਾਂ ਬੱਚੀ ਆ, ਆਪਣੇ ਬੈੱਡ ਵਿੱਚ ਉਹ ਕੱਲੀ ਸੈੱਲ ਫੋਨ ਤੇ ਕੰਪਿਊਟਰ ਤੁਸੀਂ ਉਹਨੂੰ ਦਿੱਤਾ ਹੋਇਆ ਹੈ, ਤੇ ਉਹ ਅੱਧੀ ਰਾਤ ਨੂੰ ਮੈਨੂੰ ਤੁਸੀਂ ਦੱਸੋ ਵੀ ਰਾਤ ਸੌਣ ਵਾਸਤੇ ਆ ਕਿ ਜਾਂ ਚੈਟਿੰਗਾਂ ਵਾਸਤੇ ਆ? ਕਿਉਂ ਤੁਹਾਡਾ ਪੇਰੈਂਟਸ ਦਾ ਉੱਤੇ ਕੰਟਰੋਲ ਨਹੀਂ ਹੈਗਾ? ਜਦ ਫਿਰ ਇਹੋ ਜਿਹੇ ਸਿੱਟੇ ਨਿਕਲਦੇ ਆ, ਫਿਰ ਤੁਸੀਂ ਰੋਣ ਬਹਿ ਜਾਂਦੇ ਆ। ਦੁੱਖ ਲੱਗਦਾ ਬਹੁਤ। ਕੋਈ ਗੱਲ ਕੋਈ ਜਵਾਬ ਦੇ ਦੇਵੇ ਵੀ ਬੈਡਰੂਮ ਦੇ ਵਿੱਚ ਲੈਪਟਾਪ ਦਾ ਅੱਧੀ ਰਾਤ ਨੂੰ 15 ਸਾਲ 18 ਸਾਲ ਦੇ ਬੱਚੇ ਦਾ ਕੀ ਕੰਮ ਹੈ ਜੀ? ਬਿਲਕੁਲ, ਕਿਹੜਾ ਕੰਮ ਉਹ ਕਰ ਰਿਹਾ ਅੱਧੀ ਰਾਤ ਵੇਲੇ? ਰਾਤ ਸੌਣ ਵਾਸਤੇ ਹੈ। ਇਹਨਾਂ ਨੇ ਰਾਤ ਜਾਗਣ ਵਾਸਤੇ ਰੱਖੀ ਹੋਈ ਆ ਤੇ ਦਿਨ ਸੌਣ ਵਾਸਤੇ ਰੱਖਿਆ ਹੋਇਆ। ਬਿਲਕੁਲ, ਇਹ ਮਤਲਬ ਕੈਨੇਡੀਅਨ ਵੈਲਿਊ ਬਣੂਗੀ ਗਾਂ ਜਾ ਕੇ। ਰਾਈਟ ਕੈਨੇਡੀਅਨਸ ਦੀ ਜੀ। 905813 ਸੰਸਾਰ ਦੇ ਵਿੱਚੋਂ ਬਾਹਰ ਨਿਕਲੋ ਜੀ, ਥੋੜਾ ਜਿਹਾ ਅਸਲੀਅਤ ਦੇ ਵਿੱਚ ਆ ਜਾਓ। 100% ਜੋਲ ਸਾਹਿਬ ਲੈਂਦੇ ਨੈਕਸਟ ਕਾਲ ਔਨ ਦੀ 에ਅਰ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜਸਪਾਲ ਸਿੰਘ ਬੋਲਦਾ ਜੀ। ਜੀ ਜਸਪਾਲ ਜੀ। ਹਾਂਜੀ, ਮੈਂ ਕਿਹਾ ਮੈਂ ਸਤਿ ਸ਼੍ਰੀ ਅਕਾਲ ਆਪਣੇ ਜੋਲ ਸਾਹਿਬ। ਸਤਿ ਸ਼੍ਰੀ ਅਕਾਲ ਜੋਲ ਸਾਹਿਬ ਨੂੰ ਵੀ। ਮੈਂ ਕਿਹਾ ਜੋਲ ਸਾਹਿਬ ਤੋਂ ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਕਿ ਮੈਂ ਡਿਬੇਟ ਦੇਖਦਾ ਪਿਆ ਸੀ, ਉਹਦੇ ਵਿੱਚ ਦੱਸਦੇ ਵੀ ਇਹਨਾਂ ਦੀ ਆਪਣੀ ਮੈਨੂਫੈਕਚਰਿੰਗ ਕੋਈ ਵੀ ਨਹੀਂ ਹੈ ਇੰਡੀਆ 'ਚ।
ਬਾਹਰਲੀ ਕੰਪਨੀਆਂ ਦੀ ਮੈਨੂਫੈਕਚਰਿੰਗ ਹੈ, ਇਹਨਾਂ ਨੂੰ ਖਾਲੀ 10% ਉੱਥੇ ਦੇਣਾ। ਇਹ ਝੂਠ ਬੋਲਿਆ ਜਾ ਰਿਹਾ ਕਿ ਇਹਨਾਂ ਦੀ ਆਪਣੀ ਮੈਨੂਫੈਕਚਰਿੰਗ ਹੈ ਉੱਥੇ। ਨਹੀਂ ਦੇਖੋ ਉਹ 10% ਦੇ ਵਿੱਚ ਉੱਥੇ ਮੈਨੂਫੈਕਚਰਿੰਗ ਹੈਗੀ, ਉਹ 'ਚ 10%। ਦੂਸਰੀ ਗੱਲ ਜਿਹੜਾ ਇਹਨਾਂ ਨੇ ਕਿਹਾ ਵੀ ਉੱਥੇ ਰੇਟ ਦਾ ਫਰਕ ਹੈ, ਮੈਂ 4 ਸਾਲ ਪਹਿਲਾਂ, ਵੈਸੇ ਹਰ ਸਾਲ ਜਾਂਦਾ, ਹੁਣ ਨਹੀਂ ਗਿਆ, 4 ਸਾਲ ਪਹਿਲਾਂ ਮੈਂ ਉੱਥੇ ਜਾ ਕੇ ਕੁਝ ਸ਼ੈਂਪੂ ਔਰ ਕੁਝ ਜੌਨਸਨ ਬੇਬੀ ਆਇਲ ਵਗੈਰਾ ਖਰੀਦਿਆ। ਜਿਸ ਟਾਈਮ ਮੈਨੂੰ ਕੰਪੇਅਰ ਕੀਤਾ, ਮੈਨੂੰ ਇੱਥੇ ਨਾਲੋਂ ਉੱਥੇ ਚੀਜ਼ ਮਹਿੰਗੀ ਲੱਗੀ। ਹੈ ਹੀ ਮਹਿੰਗੀ ਲੱਗੀ, ਨਹੀਂ ਹੈ ਹੀ ਮਹਿੰਗੀ ਹੈਗੀ ਭਾਜੀ। ਕੰਪੇਅਰ ਜੇ 4 ਸਾਲ ਪਹਿਲਾਂ ਜੀ, ਹੁਣ ਨਹੀਂ, 4 ਸਾਲ ਪਹਿਲਾਂ ਦੀ ਗੱਲ ਹੈ। ਅੱਜ ਵੀ ਏਦਾਂ ਹੀ ਹੈ, ਅੱਜ ਬਹੁਤ ਵਧੀਆ ਹੀ ਹੈ। ਹਾਂਜੀ, ਤੇ ਬਾਕੀ ਆ ਤੁਸੀਂ ਦੱਸੋ ਕਿ ਸਹੀ ਗੱਲ ਹੈ ਕਿਹੜੀ? ਮੈਂ ਡਿਬੇਟ ਸੁਣੀ ਹੈ ਕਿ ਉਹਦੇ ਵਿੱਚ ਵੀ ਉਹਨਾਂ ਦੀ ਆਪਣੀ ਮੈਨੂਫੈਕਚਰਿੰਗ ਕੋਈ ਨਹੀਂ ਹੈ, ਮੈਨੂਫੈਕਚਰਿੰਗ ਨਹੀਂ ਹੈ। 10% ਜਿਹੜੀ ਬਾਹਰਲੀ ਕੰਪਨੀਆਂ ਨੇ ਉੱਥੇ ਮੈਨੂਫੈਕਚਰਿੰਗ ਕਰਦੀ, ਸਿਰਫ ਉੱਥੇ ਇਸਤੇਮਾਲ ਕਰ ਰਹੇ ਜਗ੍ਹਾ, ਤੇ ਉਹ ਸਿਰਫ ਉਹਨਾਂ ਦੀਆਂ ਇਸ ਕਰਕੇ ਉਹ ਸਿਰਫ 10% ਤੋਂ ਵੱਧ ਯੂਜ਼ ਨਹੀਂ ਕਰ ਸਕਦੇ, ਲੈ ਨਹੀਂ ਸਕਦੇ। ਦੇਖੋ ਇਸ ਤਰ੍ਹਾਂ ਇਹ ਡਿਬੇਟਸ ਦੀ ਜਿਹੜੀ ਇਨਫੋਰਮੇਸ਼ਨ ਆ ਨਾ, ਇਹ ਹੁਣ ਕਿੰਨੀ ਕੁ ਵੈਰੀਫਾਈਡ ਹੁੰਦੀ ਆ, ਇਹ ਆਪਾਂ ਸੱਤਿਆਹਿੰਦੀ.com ਹੈ ਜੀ, ਜਿਹੜੇ ਨਾ ਕਿ ਉੱਤੇ ਮੈਂ ਨਾਮ ਲੈ ਸਕਦਾ ਹਾਂ। ਕਾਫੀ ਡਿਬੇਟਸ ਮੈਂ ਦੇਖਦਾ ਹਾਂ। ਜੀ ਵੀਰੇ ਇੱਕ ਮਿੰਟ ਇਨਫੋਰਮੇਸ਼ਨ ਤੁਹਾਡੀ ਸੁਣ ਲਈ ਗੱਲ। ਥੈਂਕ ਯੂ ਸੋ ਮਚ, ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਸੁਣ ਲਓ ਜੀ ਆਨਸਰ। ਕਿ ਇਹ ਕਿੰਨੀ ਕੁ ਵੈਰੀਫਾਈਡ ਹੁੰਦੀ ਆ, ਇਹ ਆਪਾਂ ਨੂੰ ਜ਼ਰੂਰ ਥੋੜਾ ਜਿਹਾ ਆਪਣੀ ਰਿਸਰਚ ਵੀ ਕਰ ਲੈਣੀ ਚਾਹੀਦੀ ਆ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਪੁੱਛਦਾ, ਤੁਹਾਨੂੰ ਸਵਾਲ ਪੁੱਛਦਾ ਜੀ, ਕਿ ਜੇ ਭਾਰਤ ਸਰਕਾਰ ਦਾ ਵੈਕਸੀਨ ਤੇ ਕੋਈ ਕੰਟਰੋਲ ਹੀ ਨਹੀਂ ਸੀਗਾ ਤੇ ਜਸਟਿਨ ਟਰੂਡੋ ਜੀ ਦੇ ਫੋਨ ਨੂੰ ਇੰਨਾ ਪ੍ਰਚਾਰਿਆ ਗਿਆ ਵੀ ਦਵਾਈ ਮੰਗ ਲਈ ਜੀ ਉਹਨਾਂ ਨੇ ਸਾਡੇ ਕੋਲ, ਅਸੀਂ ਕਰਨ ਲੱਗੇ ਆ ਕੈਨੇਡਾ ਦੀ ਮਦਦ। ਤੇ ਜੇ ਕੋਈ ਕੰਟਰੋਲ ਹੀ ਨਹੀਂ ਸੀਗਾ ਤੇ ਫਿਰ ਲੱਖਾਂ ਡੋਜ਼ਸ ਕਿੱਦਾਂ ਆ ਗਈਆਂ ਵਿਦਨ ਵੀਕਸ ਇੱਥੇ ਜੀ? ਕਿੱਦਾਂ ਉਹ ਫੋਟੋਆਂ ਮੀਡੀਆ ਦੇ ਵਿੱਚ ਚਲੇ ਗਈਆਂ? ਗਵਰਨਮੈਂਟ ਦਾ 100% ਵੈਕਸੀਨ ਦੀ ਐਕਸਪੋਰਟੇਸ਼ਨ ਤੇ ਕੰਟਰੋਲ ਸੀਗਾ, ਠੀਕ ਆ। ਇਹ ਹੁਣ ਗੱਲਾਂ ਪ੍ਰਚਾਰੀਆਂ ਜਾ ਰਹੀਆਂ ਵੀ ਸਾਡਾ ਜੀ ਅਸੀਂ ਤਾਂ ਕੁਝ ਕਰ ਹੀ ਨਹੀਂ ਸੀ ਸਕਦੇ, ਸਾਡਾ ਕੰਟਰੈਕਟ ਹੀ ਐਸਾ ਸੀਗਾ, ਇੰਨੀ ਕੁ ਅਸੀਂ ਵਰਤ ਸਕਦੇ ਸੀ, ਇੰਨੀ ਸਾਡੀ ਉਹਨਾਂ ਨੂੰ ਦੇਣੀ ਪੈਣੀ ਸੀ। ਏਦਾਂ ਹੋਊਗਾ ਵੀ, ਪਰ ਸਾਡੇ ਕੋਲ ਐਗਜ਼ਾਮਪਲਸ ਆ ਜਿਹਦੇ ਵਿੱਚ ਗਵਰਨਮੈਂਟ ਦਾ ਕੰਟਰੋਲ ਇਸ ਵੈਕਸੀਨੇਸ਼ਨ ਦੀ ਇੰਪੋਰਟੇਸ਼ਨ ਐਕਸਪੋਰਟੇਸ਼ਨ ਤੇ 100% ਕੰਟਰੋਲ ਹੈਗਾ ਆ। ਔਰ ਮੈਂ ਸਮਝਦਾ ਵੀ ਉਹ ਸਰਕਾਰ ਹੀ ਕਾਹਦੀ ਆ ਫਿਰ, ਤੇ ਜੇ ਉਹ ਇਸ ਤਰ੍ਹਾਂ ਦਾ ਕੰਟਰੈਕਟ ਸੀਗਾ ਵੀ ਆਪਣੇ ਸਿਟੀਜ਼ਨਸ ਦੇ ਹਿੱਤ ਦੇ ਵਿੱਚ ਉਸ ਕੰਟਰੈਕਟ ਨੂੰ ਰੱਦ ਨਾ ਕਰ ਸਕੀ, ਕਾਹਦੀ ਸੀ ਉਹ ਗਵਰਨਮੈਂਟ? ਕਾਹਦੇ ਵਾਸਤੇ, ਕਾਹਦੀ ਲੀਡਰਸ਼ਿਪ ਸੀ? ਹਾਂਜੀ, ਸੋ ਇਸ ਕਰਕੇ ਇਹ ਥੋੜਾ ਜਿਹਾ ਵਿਚਾਰਨ ਵਾਲੀ ਗੱਲ ਆ। ਦੂਸਰੀ ਗੱਲ ਇਹ ਆ ਕਿ ਜੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਸੀ ਤੇ ਕੈਨੇਡਾ ਨੂੰ 0 ਡੋਜ਼ ਮਿਲਣੀ ਚਾਹੀਦੀ ਸੀ। ਯੈਸ, ਬਿਲਕੁਲ ਜੋਲ ਸਾਹਿਬ, ਯੂ ਆਰ ਵੈਰੀ ਕਰੈਕਟ, very well said. ਉਹ ਹੈ ਜੀ, ਮੈਂ ਸਮਝਦਾ ਜੀ ਕਿ ਸਾਡਾ ਚਲੋ ਉਸ ਵੇਲੇ ਵੀ ਅਸੀਂ ਇਹ ਅਪੀਲ ਕੀਤੀ ਸੀ ਕਿ ਇਸ ਵੇਲੇ ਗਲਤੀਆਂ ਕੱਢਣ ਦਾ ਨਹੀਂ ਵੇਲਾ, ਸਹਿਯੋਗ ਦੇਣ ਦਾ ਵੇਲਾ, ਜੰਗ ਲੱਗੀ ਹੋਈ ਹੈ, ਆਪਾਂ ਇਹ ਜੰਗ ਜਿੱਤ ਲਈਏ, ਉਹ ਤੋਂ ਬਾਅਦ ਗਲਤੀਆਂ ਵੀ ਕੱਢ। ਬਿਲਕੁਲ ਜੀ ਜੋਲ ਸਾਹਿਬ, ਵੈਲ ਸੈਡ। ਅਸੀਂ ਉੱਥੇ ਗਵਰਨਮੈਂਟ ਦੀਆਂ ਗਲਤੀਆਂ ਕੱਢ ਕੇ ਖੁਸ਼ ਨਹੀਂ ਜੀ, ਪਰ ਜਦੋਂ ਸੱਚ ਨੂੰ ਮਤਲਬ ਕਵਰ ਅਪ ਕਰਦੇ ਆ, ਝੂਠ ਬੋਲਿਆ ਜਾਂਦਾ ਲੋਕਾਂ ਦੇ ਨਾਲ, ਤੇ ਸਾਨੂੰ ਇਹ ਗੱਲ ਮਹਿਸੂਸ ਹੁੰਦੀ ਆ ਵੀ ਏਦਾਂ ਨਹੀਂ ਹੋਣਾ ਚਾਹੀਦਾ। Alright, 9058131320 ਮੈਂ 2-3 ਐਡਸ ਬੋਲਣਾ ਜੋਲ ਸਾਹਿਬ ਫਟਾਫਟ। ਕੋਆਪ ਆਟੋ ਬੋਡੀ ਸ਼ਾਪ ਦੇ ਵੀਰ ਕੁਲਦੀਪ ਬਾਈ ਜੀ, ਕਾਰਾਵੈਨਾ ਟਰੱਕਾਂ ਦੀ ਰਿਪੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੋਆਪ ਆਟੋ ਬੋਡੀ ਸ਼ਾਪ ਨੂੰ ਕਾਲ ਕਰ ਸਕਦੇ ਹੋ 9056713647। $10,000 ਪ੍ਰਤੀ ਮਹੀਨਾ ਗ੍ਰੋਸ ਤੁਸੀਂ ਕਮਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਯਾਦ ਰੱਖਣਾ ਟਰੱਕਿੰਗ ਇੰਡਸਟਰੀ ਦੇ ਵਿੱਚ, ਕੁਠਾਲਾ ਗਰੁੱਪ। ਕਹਿੰਦੇ ਜਿੰਨਾ ਮਰਜ਼ੀ ਕੰਮ ਕਰੋ, 2 ਸ਼ਿਫਟਾਂ ਲਾਓ, 3 ਸ਼ਿਫਟਾਂ ਲਾਓ, ਬਸ 24 ਘੰਟੇ 7 ਦਿਨ ਡਿਸਪੈਚ ਅਵੇਲੇਬਲ ਹੈ। ਜਿੰਨਾ ਤੁਸੀਂ ਮਿਹਨਤ ਕਰੋਗੇ ਉਨਾ ਫਲ ਮਿਲੂਗਾ, ਇਹਨਾਂ ਦਾ ਸਲੋਗਨ ਹੈ ਜੀ। ਕੁਠਾਲਾ ਗਰੁੱਪ ਨੂੰ ਕਾਲ ਕਰ ਸਕਦੇ ਹੋ, 1 ਸਾਲ ਦੀ ਐਕਸਪੀਰੀਅੰਸ, 9056292405 9056292405। ਅੰਤਮ ਰਸਮਾਂ ਵਾਸਤੇ ਇੱਕੋ ਹੀ ਛੱਤ ਥੱਲੇ ਲੋਟਸ ਫਿਊਨਰਲ ਹੋਮ ਐਂਡ ਕ੍ਰਿਮੇਸ਼ਨ ਸੈਂਟਰ ਤੇ ਕਿਚਨਲ ਫਿਊਨਰਲ ਹੋਮ ਐਂਡ ਕ੍ਰਿਮੇਸ਼ਨ ਸੈਂਟਰ ਤੇ ਵੀਰ ਹਰਮਿੰਦਰ ਹਾਂਸੀ ਤੇ ਉਹਨਾਂ ਦੀ ਟੀਮ 6475478188। ਪਲੈਨਟ ਫਾਈਨੈਂਸ਼ੀਅਲ ਤੇ ਗੌਰਵ ਕੁਮਾਰ ਜੀ, 1st, 2nd, 3rd ਪ੍ਰਾਈਵੇਟ ਫੰਡਿੰਗ ਚਾਹੁੰਦੇ ਹੋ, ਟਰੱਕ ਲੋਨ, ਟ੍ਰੇਲਰ ਲੋਨ, ਆਫਿਸ ਇਕਵਿਪਮੈਂਟ ਲੋਨ, ਇੰਡਸਟਰੀਅਲ ਮਸ਼ੀਨਰੀ ਲੋਨ, 6474097501 6474097501 ਤੇ ਤੁਸੀਂ ਕਾਲ ਕਰ ਸਕਦੇ ਹੋ। ਜੋਲ ਸਾਹਿਬ, ਦਾ CBSA ਦੀ ਗੱਲਬਾਤ ਕਰੀ, ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੇ ਬਾਰੇ। ਹੁਣ ਆਹ ਜਿਹੜੀ ਖਬਰ ਹੈ ਇਹ ਕਾਫੀਆਂ ਨੂੰ ਹੁਣ ਡਰਾ ਵੀ ਦੇਵੇਗੀ ਤੇ ਸ਼ਾਇਦ ਜਿਹੜੇ ਲੋਕ ਪੁੱਠੇ ਕੰਮਾਂ 'ਚ ਪਏ ਨੇ ਉਹ ਸਿੱਧੇ ਰਾਹ ਪੈ ਜਾਣ। ਕਈ ਇੰਡੀਵਿਜੂਅਲਸ ਨੂੰ ਡਿਪੋਰਟ ਵੀ ਕੀਤਾ ਜਾਵੇਗਾ। ਦੇਖੋ
ਰਿਪੋਰਟ ਤੇ ਵੈਸੇ ਜਿਹਨਾਂ ਨੂੰ ਭੱਲ ਨਾ ਪਚੇ ਨਾ ਕੈਨੇਡਾ ਦੀਆਂ ਸਹੂਲਤਾਂ ਦੀ, ਚੰਗੀ ਲਾਈਫ ਦੀ, ਹਨਾ, ਪਹਿਲਾਂ ਤਾਲੇ ਲੈਣੇ ਵੀ ਪਹੁੰਚ ਜਾਈਏ, ਪਹੁੰਚ ਕੇ ਜਾਣੀ, ਫਿਰ ਇੰਨੀ ਕੁ ਆਪਣੇ ਕੰਮ ਖਿਲਾਰ ਲੈਣੇ ਵੀ ਮੇਰੀ ਤੇ ਤੱਤੀ ਹਵਾ ਵੱਲ ਹੁਣ ਕੇ ਵੇਖ ਕੇ ਤੋ ਉਹ ਹੁਣ ਤੱਤੀ ਹਵਾ ਦੇ ਵੱਲ ਕਾਫੀ ਦੇਖਿਆ ਜਾਂਦਾ। ਪਿਛਲੇ ਸਾਲਾਂ ਤੋਂ ਬੜਾ ਤੇਜ਼ ਹੋਇਆ ਇਹ 10 ਕੁ ਸਾਲਾਂ ਤੋਂ, ਤੇ ਡੈਪੋਟੇਸ਼ਨ ਦਾ ਸਿਲਸਿਲਾ ਵੀ ਜਰਾ ਕਿਸੇ ਚਾੜੇ ਹੋਏ ਚੰਦ ਦੇ ਵਿੱਚ, ਕਹ ਲਓ ਕ੍ਰਾਈਮ ਦੇ ਵਿੱਚ 6 ਮਹੀਨੇ ਕੈਦ ਹੋਈ ਨਹੀਂ ਤੇ ਚਲੋ ਵਾਪਸ ਜੀ, ਹਨਾ ਜੀ। ਸੋ ਉਸ ਲਿਹਾਜ਼ ਨਾਲ ਇਹ ਡਰਾਉਣ ਵਾਸਤੇ ਹੀ ਆ ਵੈਸੇ ਇਹ ਜਿਹੜੀ ਕਾਨੂੰਨ ਦੀ ਵਿਵਸਥਾ ਕੀਤੀ ਗਈ ਸੀ ਵੀ ਤੁਸੀਂ ਅਕਲ ਕਰੋ, ਜੇ ਮੌਕਾ ਮਿਲਿਆ ਤੇ ਹੁਣ ਸੰਭਲ ਜਾਓ ਜੀ, ਹਨਾ। ਤੇ ਕਈ ਤਰ੍ਹਾਂ ਦੇ ਇੱਥੇ ਕਵਰ ਅਪ ਕਰਨ ਵਾਲੇ ਵੀ ਸਾਨੂੰ ਲੋਕ ਮਿਲ ਜਾਂਦੇ ਆ, ਨਹੀਂ ਜੀ ਸਾਰੇ ਨਹੀਂ ਕਰਦੇ ਜੀ, ਤੇ ਸਾਰਿਆਂ ਨੂੰ ਕਹਿੰਦਾ ਕੌਣ ਹੈ ਜੇ ਸਾਰੇ ਨਹੀਂ ਕਰਦੇ, ਹਨਾ। ਜਿਹੜੇ ਕਰਦੇ ਨੇ, ਜਿਹੜੀਆਂ ਕਰਦੀਆਂ ਨੇ ਕ੍ਰਾਈਮ, ਉਹਨਾਂ ਦੀ ਹੀ ਸਦਾ ਗੱਲ ਹੁੰਦੀ, ਸਾਰਿਆਂ ਨੂੰ ਤਾਂ ਕਦੀ ਕੋਈ ਕੁਛ ਕਹਿੰਦਾ ਹੀ ਨਹੀਂ। ਇਹ ਗੱਲ ਪਤਾ ਨਹੀਂ ਕਿੱਥੋਂ ਬਣਾ ਕੇ ਜਾਣੀ ਵੀ ਫੱਟ ਉੱਠ ਪੈਂਦੇ ਇਹੋ ਜਿਹੇ ਲੋਕ ਵੀ ਸਾਰੇ ਨਹੀਂ ਜੀ ਕਰਦੇ, ਸਾਰਿਆਂ ਨੂੰ ਕਹਿਤਾ, ਸਾਰਿਆਂ ਨੂੰ ਭਾਈ ਸਾਹਿਬ ਕਿਸੇ ਨੇ ਕੁਛ ਨਹੀਂ ਕਹਿਤਾ। ਜਿਹੜੇ ਏਦਾਂ ਦੀਆਂ ਹੈਗੀਆਂ ਉਹਨਾਂ ਦੀ ਹੀ ਗੱਲ ਹੁੰਦੀ ਹੈ। ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਡੈਪੋਟੇਸ਼ਨ ਇਹ ਲਾਕਡਾਊਨ ਦੇ ਦੌਰਾਨ ਥੋੜੇ ਸਮੇਂ ਲਈ ਬੰਦ ਹੋਈਆਂ ਸੀਗੀਆਂ, ਪਰ ਹੁਣ ਪਿਛਲੇ ਇਹ ਨਵੰਬਰ ਤੋਂ ਜਾਣੀ ਕਿ ਪੂਰੀ ਐਨ ਫੁੱਲ ਫੋਰਸ ਦੇ ਵਿੱਚ ਜਿਹਨਾਂ ਲੋਕਾਂ ਨੂੰ ਇੱਥੇ ਨਹੀਂ ਕ੍ਰਿਮੀਨਲ ਹੋ ਗਏ, ਸਜ਼ਾਵਾਂ ਹੋ ਗਈਆਂ, ਉਹਨਾਂ ਦਾ ਸਭ ਕੁਝ ਕੈਂਸਲ ਕਰਕੇ ਤੇ ਉਹਨਾਂ ਨੂੰ ਵਾਪਸ ਉਹਨਾਂ ਦੇ ਮੁਲਕਾਂ 'ਚ ਵੀ ਤੁਹਾਨੂੰ ਸ਼ਾਇਦ ਉੱਥੇ ਹੀ ਰਹਿਣਾ ਚਾਹੀਦਾ ਸੀ, ਆਉਣਾ ਹੀ ਨਹੀਂ ਸੀ ਚਾਹੀਦਾ। ਜਦੋਂ ਇੱਥੇ ਤੁਸੀਂ ਰਹਿਣ ਵਾਲਾ ਤੁਹਾਡਾ ਕੋਈ ਚੱਜ ਹੀ ਹੈ ਨਹੀਂ ਆ ਤੇ ਫਿਰ ਕੈਨੇਡਾ ਨੂੰ ਨਹੀਂ ਤੁਹਾਡੀ ਲੋੜ। ਸੋ ਕੈਨੇਡਾ ਨੂੰ ਇਹੋ ਜਿਹੇ ਕ੍ਰਿਮੀਨਲ ਐਲੀਮੈਂਟਸ ਤੋਂ ਬਚਾਉਣ ਦਾ ਇਹ ਇੱਕ ਸਭ ਤੋਂ ਇਫੈਕਟਿਵ ਤਰੀਕਾ ਵੀ ਤੁਸੀਂ ਆਉਣੇ ਵੀ ਆ ਵੀ ਅਸੀਂ ਕੈਨੇਡਾ ਬੈਟਰ ਲਾਈਫ ਲਈ ਚੱਲੇ ਆ, ਤੇ ਜਾ ਕੇ ਜੇ ਇੱਥੇ ਕ੍ਰਾਈਮ ਕਰਨੇ ਆ ਤੇ ਫਿਰ ਤੁਹਾਡੀ ਕੈਨੇਡਾ ਨੂੰ ਨਹੀਂ ਲੋੜ ਨਹੀਂ ਹੋਣੀ। ਆਲਰਾਈਟ, ਨੈਕਸਟ ਕਾਲ ਔਨ ਦੀ 에ਅਰ ਤੇ ਤੁਹਾਨੂੰ $500 ਫਾਈਨ ਹੋ ਸਕਦਾ ਕਿਸ ਚੀਜ਼ ਦੇ ਵਾਸਤੇ, ਉਹ ਆਪਾਂ ਗੱਲਬਾਤ ਕਰਾਂਗੇ ਇਸ ਕਾਲਰ ਤੋਂ ਬਾਅਦ। ਨੈਕਸਟ ਕਾਲ ਔਨ ਦੀ 에ਅਰ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਚੀਮਾ ਬੋਲ ਰਿਹਾ ਜੀ। ਚੀਮਾ ਸਾਹਿਬ ਹਾਂਜੀ, ਸਤਿ ਸ਼੍ਰੀ ਅਕਾਲ ਜੋਲ ਸਾਹਿਬ ਨੂੰ। ਜੀ ਹਾਂ, ਮੈਂ ਉਹ ਗੱਲ ਕਰਨੀ ਸੀ, ਜਦੋਂ ਵੈਕਸੀਨ ਆਪਣਾ ਨੂੰ ਇੰਡੀਆ ਵਾਲਿਆਂ ਨੇ ਦਿੱਤੀ ਸੀ, ਆਪਾਂ ਕਿੰਨੀਆਂ ਰੈਲੀਆਂ ਕੱਢਦੇ ਸੀ, ਕੋਈ ਮਤਲਬ ਨਹੀਂ ਸੀ। ਅੱਜ ਅਸੀਂ ਉਹਨੂੰ ਐਡ ਦੇ ਰਹੇ ਹਾਂ ਕਿ ਅੱਜ ਕਿਉਂ ਨਹੀਂ ਆਪਾਂ ਰੈਲੀਆਂ ਕੱਢ ਰਹੇ, ਕੱਟੜਪਨ ਤਾਂ ਆਪਾਂ ਇੱਥੇ ਫੈਲਾ ਲਈ, ਸਾਰਾ ਕੁਛ ਆਪਾਂ ਇੱਥੇ ਕੱਢਦੇ ਸੀ, ਕੋਈ ਮਤਲਬ ਨਹੀਂ ਸੀ। ਅੱਜ ਅਸੀਂ ਉਹਨੂੰ ਐਡ ਦੇ ਰਹੇ ਹਾਂ ਕਿ ਅੱਜ ਕਿਉਂ ਨਹੀਂ ਆਪਾਂ ਰੈਲੀਆਂ ਕੱਢ ਰਹੇ, ਕੱਟੜਪਨ ਤਾਂ ਆਪਾਂ ਇੱਥੇ ਫੈਲਾ ਲਈ, ਸਾਰਾ ਕੁਛ ਆਪਾਂ ਇੱਥੇ ਫਰਕ ਪਾ ਲਿਆ ਆਪਸ ਦੇ ਵਿੱਚ। ਉਹ ਕੋਈ ਬਣਦਾ ਤਾਂ ਹੈ ਨਹੀਂ ਸੀ, ਇੱਕ ਦੂਜੇ ਮੁਲਕ ਨੂੰ ਆਪਾਂ ਹੈਲਪ ਕਰਦੇ ਹਾਂ, ਉਹਦੇ 'ਚ ਵੱਡੀਆਂ ਵੱਡੀਆਂ ਰੈਲੀਆਂ ਕੱਢਣ ਦਾ ਮੈਨੂੰ ਤਾਂ ਲੱਗਦਾ ਨਹੀਂ ਸੀ ਵੀ ਕੋਈ ਚੱਕਰ। ਹੁਣ ਉਹ ਲੋਕ ਦੇਖਣ ਵੀ ਅੱਜ ਅਸੀਂ ਮਦਦ ਕੀਤੀ ਆ, ਹੁਣ ਕਿਉਂ ਨਹੀਂ ਰੈਲੀਆਂ ਕੱਢਦੇ ਜੀ। ਵੱਡੀ ਗੱਲ ਤਾਂ ਇਹ ਆ ਨਾ ਵੀ ਆਪਾਂ ਕਿਉਂ ਹੁਣ ਇੱਥੇ ਕਈ ਨੇ ਹਜੇ ਆਪਾਂ ਕਈ ਵਾਰ ਕਰਦੇ ਹਾਂ ਵੀ ਗੌਰਮੈਂਟ ਉੱਤੇ ਫੇਲ ਹੋ ਗਈ, ਉਹਨੂੰ ਮੰਨਣ ਨੂੰ ਤਿਆਰ ਨਹੀਂ ਜੀ, ਨਹੀਂ ਉਹ ਤਾਂ ਬਹੁਤ ਵਧੀਆ ਜੀ ਗੌਰਮੈਂਟ ਆ, ਮੋਦੀ ਬਹੁਤ ਵਧੀਆ, ਤੁਸੀਂ ਐਂ ਕਿਉਂ ਕਹਿੰਦੇ ਹੋ। ਜਦੋਂ ਆਪਾਂ ਕਿਸੇ ਚੀਜ਼ ਦੀ ਕੱਟੜਪੁਣਾ ਨਹੀਂ ਚਾਹੀਦਾ, ਆਪਾਂ ਨੂੰ ਜੋ ਕੋਈ ਗਲਤ ਕਰ ਰਿਹਾ ਉਹਨੂੰ ਗਲਤ ਕਹਿਣਾ ਚਾਹੀਦਾ, ਆਪਾਂ ਨੂੰ ਕਿਸੇ ਪਾਰਟੀ ਦਾ ਪੂਰਾ ਭਗਤ ਨਹੀਂ ਬਣਨਾ ਚਾਹੀਦਾ। ਅੱਜ ਸਾਨੂੰ ਉੱਠਣਾ ਚਾਹੀਦਾ ਉੱਪਰ, ਸਾਨੂੰ ਅੱਜ ਅਸੀਂ ਨੁਕਸ ਕੱਢਾਂਗੇ ਤਾਂ ਹੀ ਉਹ ਠੀਕ ਹੈ ਜੀ। ਅਸੀਂ ਲੀਡਰ ਕੁਛ ਵੀ ਕਰੀ ਜਾਂਦੇ ਨੇ, ਅਸੀਂ ਉਹਨਾਂ ਨੂੰ ਫਿਰ ਜਦੋਂ ਨਵਦੀਪ ਬੈਂਸ ਹੋਣਾ ਨਾਲ ਮੇਰਾ ਇੰਟਰਵਿਊ ਹੋ ਰਿਹਾ ਸੀ ਨਾ ਪਿੱਛੇ, ਜਦੋਂ ਮਿਨਿਸਟਰ ਸੀਗੇ ਅਰਸ਼, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਜਸਟਿਨ ਟਰੂਡੋ ਜੀ ਸਾਡੇ ਨਾਲ ਇਹ ਸੇਮ ਗਲਤੀ ਕਰੀ ਜਾਂਦੇ ਆ, ਕੌਨਫਲਿਕਟ ਆਫ ਇੰਟਰਸਟ ਦੇ ਐਕਟ ਦੀ ਨਾਲ ਵਾਇਓਲੇਸ਼ਨ ਕਰਦੇ ਆ ਸੇਮ। ਜਾਣੀ ਇੱਕ ਆਪਾਂ ਕਹਿੰਦੇ ਨਾ ਵੀ ਇੱਕ ਗਲਤੀ ਜਿਹੜੀ ਇੱਕ ਵਾਰੀ ਹੋ ਜਾਏ ਅਚਾਨਕ ਤੇ ਉਹ ਗਲਤੀ ਆ, ਜੇ ਦੁਬਾਰਾ ਰਿਪੀਟ ਹੋ ਜਾਏ ਫਿਰ ਉਹ ਕ੍ਰਾਈਮ ਆ, ਕਿਉਂਕਿ ਦੁਬਾਰਾ ਤਾਂ ਨਹੀਂ ਨਾ ਹੋ ਸਕਦੀ, ਪਰ ਉਹ ਦੁਬਾਰਾ ਕਰੀ ਜਾ ਰਿਹਾ। ਮੈਂ ਕਿਹਾ ਕਿੰਨੀ ਕੁ ਵਾਰੀ ਏਦਾਂ ਕਰੋਗੇ ਜੀ? ਉਹ ਕਹਿੰਦੇ ਜੀ ਦੇਖੋ ਜਿੰਨੀ ਵਾਰੀ ਜਿੰਨਾ ਚਿਰ ਅਸੀਂ ਕੁਛ ਕਰਾਂਗੇ ਉਹਨਾਂ ਚਿਰ ਸਾਡੇ ਕੋਲ ਗਲਤੀਆਂ ਵੀ ਹੋਣਗੀਆਂ, ਹਨਾ। ਸੋ ਗਲਤੀ ਕਰਕੇ ਮੰਨ ਲੈਣਾ ਵੱਡੀ ਗੱਲ ਹੁੰਦੀ ਆ। ਪਰ ਜੇ ਹੁਣ ਆਪਾਂ ਦੇਖ ਰਹੇ ਹਾਂ ਵੀ ਜਿਨ੍ਹਾਂ ਲੋਕਾਂ ਨੂੰ, ਮੈਨੂੰ ਕਈ ਵਾਰੀ ਇਹ ਹੈਰਾਨੀ ਹੁੰਦੀ ਆ ਵੀ ਭਾਰਤ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੂੰ ਤਕਲੀਫ ਆ ਵੀ ਅਸੀਂ ਕੈਨੇਡਾ ਜਾਣਾ ਬੈਟਰ ਲਾਈਫ ਵਾਸਤੇ। ਬੰਦਾ ਪੁੱਛੇ ਵੀ ਜੀ ਇੰਨੀ ਵਧੀਆ ਸਰਕਾਰ, ਸਭ ਕੁਛ ਟੌਪ ਦਾ ਆ, ਬਹੁਤ ਮਹਾਨ ਚੱਲ ਰਿਹਾ ਕੰਮ, ਤੇ ਤੁਸੀਂ ਕੱਲ ਹੀ ਭੱਜੇ ਫਿਰਦੇ ਸਾਰੀ ਦੁਨੀਆ 'ਚ, ਤੁਸੀਂ ਉੱਥੇ ਰਹੋ, ਇਹਦੇ ਨਾਲ ਉਹਦੀ ਵਰਗੀ ਤੇ ਹੋਰ ਕੋਈ ਜਗ੍ਹਾ ਹੀ ਨਹੀਂ ਆ ਜੀ। ਹੁਣ ਕੈਨੇਡਾ ਆਉਣ ਦੀ ਜੇ ਗਲਤੀ ਵੀ ਹੋ ਗਈ, ਇੱਥੇ ਆ ਕੇ ਪਤਾ ਲੱਗਾ ਵੀ ਇਹ ਦੇਸ਼ ਮਾੜਾ ਆ, ਜਿਹੜਾ ਮਹਾਨ ਦੇਸ਼ ਸੀ ਛੱਡਿਆ, ਉੱਥੇ ਤੇ ਕਮਾਲ ਹੋਈ ਜਾ ਰਹੀ ਆ, ਬਹੁਤ ਵਿਕਾਸ ਹੋ ਰਿਹਾ, ਸਭ ਕੁਛ ਬੜਾ ਕਮਾਲ ਦਾ, ਤੇ ਆਪਾਂ ਮੁੜ ਕੇ ਵੀ ਤੇ ਜਾ ਹੀ ਸਕਦੇ ਹਾਂ। ਸਾਰੀਆਂ ਏਅਰਪੋਰਟਾਂ, ਸਾਰੇ ਜਹਾਜ਼ ਖੁੱਲੇ ਆ ਜੀ, ਜਾਂਦੇ ਵੀ ਨਹੀਂ, ਇੱਥੇ ਰਹਿ ਕੇ ਜਾਣੀ ਖਾਈ ਪੀ ਵੀ ਇਹਨਾਂ ਦਾ ਜਾਣਾ, ਨੁਕਸ ਵੀ ਇਹਨਾਂ ਵਿੱਚ ਕੱਢੀ ਜਾਣੇ, ਤੇ ਉਹ ਜਾਣੀ ਪੇਕਿਆਂ ਨੂੰ ਫਿਰ ਚੱਕੀ ਵੀ ਜਾਣਾ। ਅਸੀਂ ਇਹ ਨੀ ਕਹਿੰਦੇ ਵੀ ਪੇਕਿਆਂ ਦੀਆਂ ਸਿਫਤਾਂ ਨਾ ਕਰੋ, ਕਰਨੀਆਂ ਚਾਹੀਦੀਆਂ, ਪਰ ਕੋਈ ਗੱਲ ਹੈਗੀ ਆ ਜਿਹੜੇ ਲੋਕ ਨਿਕਲ ਕੇ ਉੱਥੋਂ ਭੱਜ ਰਹੇ ਆ। ਮੈਂ ਫੇਰ ਕਹਿੰਦਾ ਅੱਜ ਇੱਕ ਖਾਲੀ ਜਹਾਜ਼ ਸਾਡੇ ਦੇਸ਼ ਦੇ ਉੱਥੇ ਭਾਰਤ ਦੇ ਕਿਸੇ ਪਿੰਡ ਵਿੱਚ ਖੜਾ ਕਰ ਦਿਓ ਵੀ ਕੈਨੇਡਾ ਜਾਣਾ, ਤੇ ਸਦਾ ਵਾਸਤੇ ਤੁਸੀਂ ਫਿਰ ਮੁੜ ਕੇ ਨਹੀਂ ਕਦੀ ਆ ਸਕਦੇ। ਮੈਨੂੰ ਦੱਸਿਓ ਕਿੰਨੇ ਮਿੰਟ ਨਹੀਂ ਸਕਿੰਟ ਲੱਗਦੇ ਉਹ ਜਹਾਜ਼ ਭਰਨ ਨੂੰ ਜੀ, ਦੱਸ ਦਿਓ। ਉਹੀ ਖਾਲੀ ਜਹਾਜ਼ ਕੈਨੇਡਾ ਦੇ ਇੱਕ ਪਿੰਡ 'ਚ ਲਿਆ ਕੇ ਖੜਾ ਕਰ ਦੋ ਵੀ ਇਹ ਜਹਾਜ਼ ਭਰ ਕੇ ਇੰਡੀਆ 'ਚ ਜਾਣਾ, ਮੁੜ ਕੇ ਨਹੀਂ ਉੱਥੋਂ ਆਉਣਾ, ਸਦਾ ਵਾਸਤੇ ਜਾਣਾ। ਦੱਸਿਓ ਕਿੰਨੇ ਬਹਿੰਦੇ ਉਹਦੇ 'ਚ? ਬਹੁਤ ਘੱਟ। ਸੋ ਇਸ ਕਰਕੇ ਗੱਲਾਂ ਅਨਪ੍ਰੈਕਟੀਕਲ ਕਰਨੀਆਂ ਜਿਹੜੀਆਂ ਸੁਪਨਮਈ, ਉਹ ਠੀਕ ਆ, ਪਰ ਥੋੜਾ ਜਿਹਾ ਅਸਲੀਅਤ ਵਿੱਚ ਆਓ। ਉਹ ਜੇ ਆਪਾਂ ਭੱਜ ਰਹੇ ਹਾਂ, ਉੱਥੋਂ ਭੱਜਣ ਦੇ ਰਾਹ ਲੱਭ ਰਹੇ ਹਾਂ ਜਹਾਜ਼ ਦੇ ਖੰਭਾਂ 'ਚ ਬਹਿ ਕੇ,
ਤੇ ਫਿਰ ਕੋਈ ਘਾਟ ਤੇ ਹੋਊਗੀ। ਮਹਾਨ ਦੇਸ਼ ਨੂੰ ਛੱਡ ਕੇ ਕੌਣ ਜਾਂਦਾ? ਸੋ ਇਸ ਕਰਕੇ ਇਹ ਲੋਕਾਂ ਨੂੰ ਅਸਲੀਅਤ ਸਮਝਣੀ ਚਾਹੀਦੀ ਹੈ, ਥੋੜਾ ਜਿਹਾ ਇਹ ਸੁਪਰਮਈ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਜੀ। 9058131320 ਨੈਕਸਟ ਕਾਲ ਲੈਣ ਤੋਂ ਪਹਿਲਾਂ ਜੌਲ ਸਾਹਿਬ $500 ਦਾ ਫਾਈਨ ਹੋ ਸਕਦਾ ਅਗਰ ਤੁਸੀਂ ਸੈਂਸਸ 2021 ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ ਮਰਦਮਸ਼ੁਮਾਰੀ ਕਹਿੰਦੇ ਹੋ, ਸਿਕਿਉਰਿਟੀ ਕੋਡ ਕਈਆਂ ਨੂੰ ਨਹੀਂ ਪਹੁੰਚਿਆ ਜੌਲ ਸਾਹਿਬ, ਕਾਫੀ ਵੱਡੀ ਤਾਦਾਦ ਦੇ ਵਿੱਚ। ਸਾਨੂੰ ਵੀ ਚਿੱਠੀ ਪਰਸੋਂ ਹੀ ਮਿਲੀ ਆ ਮੇਲ ਦੇ ਵਿੱਚ, ਤੇ ਕੱਲ ਇਹਦਾ ਆਈ ਥਿੰਕ ਆਖਰੀ ਦਿਨ ਹੈ। ਹਾਂ, ਇਹ ਜਿਹੜੀ ਦੇਖੋ ਜੀ ਵੀ ਜਨਗਣਨਾ ਕਹਿ ਲਓ, ਜਨਸੰਖਿਆ ਕਹਿ ਲਓ, ਮਰਦਮਸ਼ੁਮਾਰੀ ਕਹਿ ਲਓ, ਸੈਂਸਸ 2021 ਜਿਹੜੀ ਕੈਨੇਡਾ ਦੇ ਵਿੱਚ ਚੱਲ ਰਹੀ, ਹਰ 5 ਸਾਲ ਬਾਅਦ ਚੱਲਦੀ ਆ। ਸਾਰੇ ਮੇਲ ਬਾਕਸਿਸ ਦੇ ਵਿੱਚ ਜਿਹੜਾ ਯੂਨੀਕ ਕੋਡ ਚਾਹੀਦਾ ਉਹ ਕੁਐਸਚਨੇਅਰ ਪੂਰਾ ਕਰਨ ਦੇ ਲਈ ਉਹ ਲੋਕਾਂ ਨੂੰ ਆਇਆ ਹੋਇਆ। ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਵੈਸੇ ਪੂਰਾ ਕਰ ਚੁੱਕੇ ਆ ਵੀਕਐਂਡ ਦੇ ਦੌਰਾਨ। ਯੂਜ਼ਲੀ ਇਹ ਹੁੰਦਾ ਵੀ 90-98% ਤੱਕ ਲੋਕ ਵੋਲੰਟਰਲੀ ਇਹਦੇ ਵਿੱਚ ਹਿੱਸਾ ਲੈ ਲੈਂਦੇ ਆ। ਜਿਹੜੇ 1-2% ਢੀਠ ਅੱਖੜ ਵੀ ਹੁੰਦੇ ਨੇ ਉਹਨਾਂ ਨੂੰ ਫਿਰ ਅਦਾਲਤਾਂ 'ਚ ਕਈ ਵਾਰ ਲਿਜਾਣਾ ਪੈਂਦਾ ਸਰਕਾਰ ਨੂੰ, ਹੈ ਨਾ। ਮੈਂ ਨਾ ਮੰਨੂ ਵਾਲੀ ਗੱਲ, ਕੋਈ ਰੀਜ਼ਨ ਵੀ ਨਹੀਂ ਹੁੰਦਾ ਵੀ ਕਿਉਂ ਨਹੀਂ ਕਰਨਾ, ਹੈ ਨਾ। ਤੇ ਉਹਨਾਂ ਨੂੰ ਫਾਈਨ ਜਿਹੜਾ ਉਹ ਹੋ ਜਾਂਦਾ, $500 ਫਾਈਨ ਹੁੰਦਾ ਜੇ ਕੋਈ ਇਹ ਜਨਸੰਖਿਆ ਦੇ ਵਿੱਚ, ਜਨਗਣਨਾ ਦੇ ਵਿੱਚ, ਮਰਦਮਸ਼ੁਮਾਰੀ ਦੇ ਵਿੱਚ ਸ਼ਮੂਲੀਅਤ ਨਾ ਕਰੇ। ਸੋ ਉਸ ਲਿਹਾਜ਼ ਨਾਲ ਇਹ ਹੈ ਜੀ ਜਿਹਨਾਂ ਨੂੰ ਯੂਨੀਕ ਕੋਡ ਵਾਲਾ ਲੈਟਰ ਨਹੀਂ ਮਿਲਿਆ ਉਹਨਾਂ ਦੇ ਵਾਸਤੇ ਲਿੰਕ ਵੀ ਸੈਂਸਸ ਕੈਨੇਡਾ ਨੇ ਆਨਲਾਈਨ ਵੀ ਬਣਾਇਆ ਹੋਇਆ, ਉਹਨਾਂ ਦੀ ਵੈਬਸਾਈਟ ਤੋਂ ਬੜਾ ਈਜ਼ੀਲੀ ਮਿਲ ਜਾਂਦਾ। ਔਰ ਦੂਸਰੇ ਪਾਸੇ ਹੈ ਜੀ ਵੀ ਵੈਸੇ ਹੈਲਪਲਾਈਨ ਉਹਨਾਂ ਨੇ ਇੱਕ ਫੋਨ ਨੰਬਰ ਵੀ ਦਿੱਤਾ ਹੋਇਆ, ਪਰ ਉਹਦੀ ਬਜਾਏ ਜਾਣੀ ਕਿ ਜ਼ਿਆਦਾ ਕਿਉਂਕਿ ਕੋਵਿਡ ਦੀ ਸਿਚੁਏਸ਼ਨ ਵੀ ਆ, ਹਰ ਇੱਕ ਕੋਲ ਬਹਾਨਾ ਵੀ ਕੋਵਿਡ ਹੈ ਜੀ ਅਸੀਂ ਤਾਂ ਨਹੀਂ ਕੰਮ ਕਰ ਪਾ ਰਹੇ, ਤੇ ਲੇਕਿਨ ਕਿ ਟੈਲੀਫੋਨ ਨੰਬਰ ਵੀ ਹੈਗਾ ਉਹਦੇ ਵਾਸਤੇ ਜੀ। ਮੈਂ ਨੰਬਰ ਅਨਾਉਂਸ ਕਰ ਦੇਣਾ ਜੀ, 1855-340-2021 1855-340-2021 ਅਗੇਨ 1855-340-2021 ਤੇ ਤੁਸੀਂ ਕਾਲ ਕਰ ਸਕਦੇ ਹੋ ਜੀ। ਜੌਲ ਸਾਹਿਬ ਬਿਲਕੁਲ ਜੀ, ਕੱਲ ਨੂੰ ਆਖਰੀ ਦਿਨ ਹੈ ਜੀ, ਔਰ ਉਦੋਂ ਤੱਕ ਇਹਦੇ ਵਿੱਚ ਅਹਿਮ ਗੱਲ ਇਹ ਆ ਵੀ ਜਿਹੜੀ ਵੀ ਤੁਸੀਂ ਬੋਲੀ ਬੋਲਦੇ ਹੋ, ਪੰਜਾਬੀ ਬੋਲਦੇ ਹੋ, ਬਹੁਤ ਮਾਣ ਵਾਲੀ ਗੱਲ ਹੈ। ਤੁਹਾਡੀ ਕੋਈ ਹਿੰਦੀ ਹੈ, ਉਰਦੂ ਹੈ, ਜੋ ਵੀ ਤੁਹਾਡੀ ਭਾਸ਼ਾ ਆਪਣੀ ਮਾਂ ਬੋਲੀ ਹੈ, ਉਹਦਾ ਜ਼ਰੂਰ ਉੱਥੇ ਸਤਿਕਾਰ ਬਹਾਲ ਰੱਖਦੇ ਹੋਏ ਦੱਸੋ ਵੀ ਮੈਂ ਪੰਜਾਬੀ ਹਾਂ ਜਾਂ ਜੋ ਵੀ ਮੈਂ ਭਾਸ਼ਾ ਬੋਲਦਾ। ਬਾਕੀ ਥੋੜਾ ਜਿਹਾ ਰੇੜਕਾ ਪਿਆ ਹੋਇਆ ਅਰਸ਼ ਵੀ ਪਾਕਿਸਤਾਨ ਵਾਲੇ ਪੰਜਾਬੀ ਤੇ ਭਾਰਤ ਵਾਲੇ ਪੰਜਾਬੀ, ਹੈ ਨਾ। ਪਾਕਿਸਤਾਨ ਵਾਲੇ ਪੰਜਾਬੀਆਂ 'ਚ ਕਿਤੇ ਕਿਤੇ ਇਹ ਗੱਲ ਪ੍ਰਚਾਰੀ ਜਾ ਰਹੀ ਆ ਜੇ ਅਸੀਂ ਆਪਣੀ ਮਾਂ ਬੋਲੀ ਇਹਦੇ ਵਿੱਚ ਪੰਜਾਬੀ ਭਰ ਦਿੱਤੀ ਤੇ ਉਹਦਾ ਫਾਇਦਾ ਭਾਰਤ ਦੇ ਪੰਜਾਬ ਵਾਲੇ ਪੰਜਾਬੀਆਂ ਨੂੰ ਇੱਥੇ ਕੈਨੇਡਾ ਦੇ ਵਿੱਚ ਹੋ ਜਾਣਾ। ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਜਿਹੜੇ ਉਹ ਫਾਇਦੇ ਹੋਣੇ ਆ ਨਾ ਉਹ ਅਸੀਂ ਭਾਰਤ ਦੇ ਪੰਜਾਬੀ ਹੱਥ ਜੋੜ ਕੇ ਛੱਡ ਦਿੰਦੇ ਹਾਂ ਤੇ ਪਾਕਿਸਤਾਨ ਦੇ ਪੰਜਾਬੀ ਉਹ ਫਾਇਦੇ ਲੈ ਲੈਣ ਕੈਨੇਡਾ ਸਰਕਾਰ ਕੋਲੋਂ, ਪਰ ਆਪਣੀ ਮਾਂ ਬੋਲੀ ਨਾਲ ਧੋਖਾ ਨਾ ਕਰਨ। ਕੋਈ ਇਹੋ ਜਿਹੀ ਮਤਲਬ ਗਲਤ ਇਨਫੋਰਮੇਸ਼ਨ ਸੁਣ ਕੇ ਵੀ ਜੇ ਅਸੀਂ ਪਾਕਿਸਤਾਨ ਦੇ ਪੰਜਾਬੀਆਂ ਨੇ ਕੈਨੇਡਾ 'ਚ ਆਪਣੀ ਬੋਲੀ ਪੰਜਾਬੀ ਲਿਖਾਤੀ ਤੇ ਉਹਦਾ ਫਾਇਦਾ ਭਾਰਤ ਦੇ ਪੰਜਾਬੀਆਂ ਨੂੰ ਹੋ ਜਾਣਾ, ਇਸ ਤਰ੍ਹਾਂ ਆਪਾਂ ਨਾ ਕਰੀਏ। ਵੰਡਿਆ ਗਿਆ, ਪੰਜਾਬ ਵੰਡਿਆ ਗਿਆ 1947 ਦੇ ਵਿੱਚ, ਪਰ ਪੰਜਾਬੀ ਨੇ। ਅਸੀਂ ਆਪਸ ਦੇ ਵਿੱਚ ਸਾਰੇ ਇੱਕ ਹੈ, ਇਕੱਠੇ ਹੋ ਕੇ ਆਪਣੀ ਬੋਲੀ ਪੰਜਾਬੀ ਹੀ ਲਿਖਾਈਏ ਜੀ। ਲਾਸਟ ਕਾਲ, ਫਿਰ ਆਪਾਂ ਵਾਈਂਡ ਅਪ ਕਰਦੇ ਅੱਜ ਦੇ ਇਸ ਨਿਊਜ਼ ਟੌਪਿਕ ਨੂੰ। ਹੈਲੋ ਸਤਿ ਸ਼੍ਰੀ ਅਕਾਲ ਸਤਪਾਲ ਬੇਟਾ ਜੀ, ਸਤਿ ਸ਼੍ਰੀ ਅਕਾਲ ਅਰਸ਼ ਬੇਟਾ ਜੀ। ਬਾਕੀ ਜਵਾਬ ਤਾਂ ਬਹੁਤ ਚੰਗੇ ਸੋਹਣੀ ਤਰ੍ਹਾਂ ਦਿੱਤੇ। ਇਹਨਾਂ ਵਰਗਾ ਕੋਈ ਹੈ ਨਹੀਂ ਜਿਹੜਾ ਪੱਤਰਕਾਰ ਇੰਨੀ ਡੂੰਘੀ ਪੱਤਰਕਾਰੀ ਕਰ ਸਕਦਾ, ਤੇ ਬਹੁਤ ਅੱਛੇ ਜਵਾਬ ਸਾਰੇ ਮਿਲ ਗਏ। ਪਰ ਮੈਨੂੰ ਤਾਂ ਕਹਿਣ ਦੀ ਲੋੜ, ਪਰ ਇਹ ਜਿਹੜੇ ਕਹਿੰਦੇ ਨਾ ਜੀ ਉਹ ਤਾਂ ਬੜੀ ਏਦਾਂ ਹੋਇਆ, ਦਵਾਈਆਂ ਏਦਾਂ ਸੀਗੀਆਂ, ਇੰਨਾ ਥਾਲੀਆਂ ਮਾਰ ਮਾਰ ਕੇ ਪਹਿਲਾਂ ਬੱਲੇ ਬੱਲੇ ਬੜੀ ਕਰਾ ਲਈ, ਹੁਣ ਕਿਉਂ ਲੋਕਾਂ ਦੇ ਹਸਪੀਟਲ ਬੰਦ ਹੁੰਦੇ ਆ? ਤੁਸੀਂ ਸਾਰਾ ਕੁਝ ਦੱਸਿਆ, ਇਹ ਹਜੇ ਵੀ ਨਹੀਂ ਹਟਦੇ। ਪ੍ਰਧਾਨ ਸਾਹਿਬ ਅਜੇ ਵੀ ਨੀਂਹ ਪੱਥਰ ਰੱਖੀ ਜਾਂਦੇ ਆਪਣੀ ਚੰਗੀ ਰਿਹਾਇਸ਼ ਲਈ, ਪ੍ਰਧਾਨ ਬੰਦ ਹੁੰਦੇ ਆ। ਤੁਸੀਂ ਸਾਰਾ ਕੁਝ ਦੱਸਿਆ, ਇਹ ਹਜੇ ਵੀ ਨਹੀਂ ਹਟਦੇ। ਪ੍ਰਧਾਨ ਸਾਹਿਬ ਅਜੇ ਵੀ ਨੀਂਹ ਪੱਥਰ ਰੱਖੀ ਜਾਂਦੇ ਆਪਣੀ ਚੰਗੀ ਰਿਹਾਇਸ਼ ਲਈ, ਪ੍ਰਧਾਨ ਮੰਤਰੀ। ਇੱਥੇ ਸਮਝ ਹੀ ਕਿੱਥੋਂ ਲੱਗੇ, ਪਤਾ ਨਹੀਂ ਕਿੱਦਾਂ ਇਹ ਸਮਝ ਹੋਊਗੇ ਗਵਰਨਮੈਂਟ ਇੰਡੀਆ ਦੀ, ਇਹ ਪ੍ਰਧਾਨ ਮੰਤਰੀ ਜਾਂ ਸੋਰ ਸਾਡਾ ਵੀ ਪੰਜਾਬ ਵਾਲਾ ਵੀ ਕਿੰਨੇ ਅੱਖਾਂ ਮੀਟ ਕੇ ਬਹਿ ਜਾਂਦਾ। ਇਹਨੂੰ ਵੀ ਇਹ ਹੁਣ ਕਹਿੰਦੇ ਪਏ ਅਸੀਂ ਤਾਂ ਇੱਥੇ ਏਦਾਂ ਰਾਜੇ ਬਣ ਕੇ ਰਹਿਣਾ, ਲੋਕਾਂ ਨੂੰ ਭੁੱਖੇ ਮਾਰ ਮਾਰ ਕੇ ਇਹਨੇ ਖੂਨ ਚੂਸ ਕੇ ਕੀਤਾ ਹੈਗਾ। ਤੁਸੀਂ ਬਹੁਤ ਸੱਚੀ ਗੱਲ ਕੀਤੀ ਵੀ ਇਹ ਦੇਖੋ ਹੁਣ ਡੀਜ਼ਲ ਮਹਿੰਗੇ ਕਰਦੇ, ਲੋਕਾਂ ਨੂੰ ਤੰਗ ਜਿੰਨਾ ਕਰ ਸਕਦੇ ਕਰੀ ਜਾਂਦੇ ਆ, ਪਰ ਕਿਉਂ ਪਤਾ ਕਿਉਂ ਨਹੀਂ ਇਹਨਾਂ ਨੂੰ, ਇਹਨਾਂ ਦੇ ਵਿੱਚ ਅੰਦਰ ਕੋਈ ਇਨਸਾਨੀਅਤ ਕਿੱਥੇ ਚਲ ਗਏ, ਕਿੱਥੇ ਇਹ ਰਹਿ ਗਏ? ਮਰਿਆਂ ਦੇ ਖੂਨ ਪੀਣ, ਮਰਿਆਂ ਦੇ ਪੈਸੇ ਮੰਗਦੇ ਆ। ਥੈਂਕ ਯੂ ਮਿਸਿਸ ਗੋਸਲ, ਥੈਂਕ ਯੂ ਸੋ ਮਚ, ਥੈਂਕ ਯੂ ਮਿਸਿਸ ਗੋਸਲ। ਨਹੀਂ ਉਹਦਾ ਹੋਵੇ ਅਸੀਂ ਬੈਂਟੀ ਜੀ ਬਲੱਡ ਪ੍ਰੈਸ਼ਰ ਇਕੱਲੇ ਹੀ ਵਧਾ ਕੇ ਚੱਲ ਜੀਏ, ਸੁਣਿਆ ਕਰੋ। ਸਾਡਾ ਵੀ ਨਾਲ ਹੀ ਵੱਧਦਾ ਜੀ, ਸਾਰਿਆਂ ਦਾ ਵੱਧਦਾ ਜੀ। ਜੌਲ ਸਾਹਿਬ, who does not care about their country? ਸਾਨੂੰ ਫਿਕਰ ਹੈ ਕਿਉਂਕਿ ਅਸੀਂ ਬੜੇ ਧੰਨਵਾਦੀ ਹਾਂ ਉਸ ਮੁਲਕ ਦੇ ਵਿੱਚ। ਤੁਹਾਡੇ ਡੈਡ ਦੇਖੋ, ਅਸੀਂ ਜਨਮ ਲਿਆ ਉੱਥੇ, ਵੱਡੇ ਹੋਏ, ਆਮ ਸਕੂਲਾਂ 'ਚ ਤੱਪੜਾਂ ਤੇ ਬਹਿ ਕੇ ਪੜ੍ਹੇ, ਉੱਥੋਂ ਵੱਡੇ ਹੋ ਕੇ ਸਾਨੂੰ ਸਾਰਾ ਸੰਸਾਰ ਦੇਖਣ ਮੰਨਣ ਦਾ ਮੌਕਾ ਦਿੱਤਾ ਉਸ ਭਾਰਤ ਦੇਸ਼ ਨੇ, ਹੈ ਨਾ। ਉੱਥੋਂ ਦੀ ਸੱਭਿਅਤਾ ਨੇ, ਸਾਡੇ ਪੇਰੈਂਟਸ ਨੇ, ਗ੍ਰੈਂਡ ਪੇਰੈਂਟਸ ਨੇ, ਫੈਮਲੀਜ਼ ਨੇ, ਉਹੀ ਮਿੱਟੀ ਆ। ਜਿਸ ਕਰਕੇ ਸਾਨੂੰ ਦਰਦ ਹੁੰਦਾ ਜੋ ਉੱਥੇ ਇਸ ਵੇਲੇ ਵਾਪਰ ਰਿਹਾ ਜੀ, ਸਾਨੂੰ ਦਰਦ ਹੁੰਦਾ ਕਿ ਅਸੀਂ ਫੋਕੇ ਨਾਰੇ ਮਾਰੀ ਜਾਂਦੇ, ਉਦਾਂ ਹੀ ਝੰਡੇ ਚੁੱਕ ਕੇ ਤੁਰੇ ਫਿਰਦੇ ਹਾਂ ਜੀ। ਮਾਣ ਵਾਲੀ ਗੱਲ ਹੈ ਸਾਨੂੰ। ਹੁਣ ਕੈਨੇਡਾ ਦਾ ਝੰਡਾ ਆਪਾਂ ਮੋਢੇ ਤੇ ਰੱਖਦੇ ਮਾਣ ਹੁੰਦਾ, ਭਾਰਤ ਦਾ ਝੰਡਾ ਵੀ ਮੋਢੇ ਤੇ ਰੱਖਦੇ ਮਾਣ ਹੁੰਦਾ,
ਪਰ ਮਹਿਸੂਸ ਆ ਕਿ ਜਿਨ੍ਹਾਂ ਲੋਕਾਂ ਨੂੰ ਇਸ ਝੰਡੇ ਦੀ ਗਰਿਮਾ ਸੰਭਾਲਣ ਲਈ ਲੋਕਾਂ ਨੇ ਚੁਣ ਕੇ ਉੱਥੇ ਬਿਠਾਲਿਆ ਹੋਇਆ ਹੈ, ਉਹ ਚੁਣੇ ਹੋਏ ਲੋਕਾਂ ਦਾ ਅੱਜ ਸਾਹ ਨਿਕਲ ਰਿਹਾ ਵੀ ਆਕਸੀਜਨ ਨਹੀਂ ਲੱਗ। ਇਹ ਕੰਮ 3-4 ਮਹੀਨੇ 5 ਮਹੀਨੇ ਜਦੋਂ ਤੋਂ ਵੈਕਸੀਨ ਹੋਂਦ ਵਿੱਚ ਆਈ ਆ ਉਦੋਂ ਜੰਗੀ ਪੱਧਰ ਤੇ ਲੀਡਰਸ਼ਿਪ ਦਾ ਕੰਮ ਸੀ ਵੀ ਛੱਡੋ ਖੜਾ ਬਾਹਰ ਨਹੀਂ ਮੈਂ ਇੱਕ ਵੀ ਡੋਜ਼ ਜਾਣ ਦੇਣੀ ਜਿੰਨਾ ਚਿਰ ਮੇਰੇ ਆਪਣੇ ਲੋਕ ਜਿਹੜੇ ਉਹਨਾਂ ਨੂੰ ਟੀਕਾ ਨਹੀਂ ਲੱਗਦਾ। ਇਹ ਲੀਡਰਸ਼ਿਪ ਹੋਣੀ ਚਾਹੀਦੀ ਸੀ। ਕੋਈ ਕੰਟਰੈਕਟ ਆ ਗੋਲੀ ਮਾਰੋ ਉਸ ਕੰਟਰੈਕਟ ਨੂੰ। ਜੇ ਤੇ ਦੂਸਰੇ ਪਾਸੇ ਏਦਾਂ ਹੈ ਹੀ ਨਹੀਂ ਸੀ। ਜੇ ਹੁੰਦਾ ਤੇ ਕਿੱਦਾਂ ਫਿਰ ਮਨਮਰਜ਼ੀ ਨਾਲ ਜਿਹੜੇ ਮਰਜ਼ੀ ਦੇਸ਼ ਨੂੰ ਜਿੰਨੀਆਂ ਮਰਜ਼ੀ ਲੱਖਾਂ ਡੋਜ਼ ਜਿਹੜੀਆਂ ਉਹ ਐਲੋਕੇਟ ਕਰ ਸਕਦੇ ਆ। ਜੇ ਉਹ ਕੰਟਰੈਕਟ ਤੁਹਾਨੂੰ ਬਾਈਂਡਿੰਗ ਹੀ ਇੰਨਾ ਜ਼ਿਆਦਾ ਵੀ ਤੁਸੀਂ ਉਹਦੇ ਵਿੱਚੋਂ ਇੱਕ ਡੋਜ਼ ਵੀ ਨਹੀਂ ਕੱਢ ਸਕਦੇ ਤੇ ਕਿਵੇਂ ਤੁਸੀਂ ਕੈਨੇਡਾ ਨੂੰ ਡੋਜ਼ ਦੇਤੀਆਂ? ਫਿਰ ਕਿਵੇਂ ਉਹ ਫੋਟੋਆਂ ਤੁਸੀਂ ਮੀਡੀਆ ਦੇ ਵਿੱਚ ਉਹਨੂੰ ਪ੍ਰਚਾਰ ਰਹੇ ਹੋ? ਪ੍ਰਾਈਮ ਮਿਨਿਸਟਰ ਦਾ ਫੋਨ ਆ, ਮਤਲਬ ਕੈਨੇਡਾ ਨੂੰ ਥੋੜਾ ਨੀਵਾਂ ਦਿਖਾਉਣ ਲਈ, ਹੈ ਨਾ? So that's not acceptable. That's not acceptable at all. 9058131320 ਥੈਂਕ ਯੂ ਸੋ ਮਚ ਜੌਲ ਸਾਹਿਬ ਟਾਈਮ ਦੇਣ ਵਾਸਤੇ। ਅੱਜ ਐਂਡ ਦੇ ਵਿੱਚ ਆਪਣਾ ਨੰਬਰ ਦੇਣਾ ਚਾਹੋ ਜਿਹਨੇ ਵੀ ਜੌਲ ਸਾਹਿਬ ਦੀ ਨਿਊਜ਼ ਫੀਡ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ। ਜੀ ਬਿਲਕੁਲ ਜੀ, 416 895 3784 416 895 3784। ਇਹ ਟੈਲੀਫੋਨ ਨੰਬਰ ਆਪਣੇ ਫੋਨ 'ਚ ਸੇਵ ਕਰਕੇ ਆਪਣਾ ਟੈਲੀਫੋਨ ਨੰਬਰ ਸਾਨੂੰ WhatsApp ਤੇ ਉਹ ਮੈਸੇਜ ਭਿਜਵਾ ਦੇਣਾ। ਉਹ ਸਾਰੀ ਇਨਫੋਰਮੇਸ਼ਨ ਜਿਹੜੀ ਆ ਡੇਲੀ ਬੇਸਿਸ ਤੇ ਤੁਹਾਨੂੰ ਮਿਲਣ ਲੱਗ ਜਾਣੀ ਆ। ਮੈਨੂੰ ਕਿਤੇ ਕਿਤੇ ਮਹਿਸੂਸ ਹੁੰਦਾ ਵੀ ਇਨਫੋਰਮੇਸ਼ਨ ਤਾਂ ਭਾਵੇਂ ਭੇਜੀ ਹੁੰਦੀ ਆ ਫੋਨ ਦੇ ਵਿੱਚ, ਹੱਥ ਦੇ ਵਿੱਚ ਹੀ ਹੁੰਦੀ ਭੈਣ ਭਰਾਵਾਂ ਨੇ, ਪਰ ਉਹ ਪੜ੍ਹਨ ਦੀ ਹਿੰਮਤ ਨਹੀਂ ਕੀਤੀ ਹੁੰਦੀ 5 ਮਿੰਟ ਲਾ ਕੇ, ਜਿਸ ਕਰਕੇ ਕਿ ਉਹਨਾਂ ਨੂੰ ਇਨਫੋਰਮੇਸ਼ਨ ਫਿਰ ਮਿਲਦੀ ਨਹੀਂ। ਜਦੋਂ ਉਹਨਾਂ ਨੂੰ ਲੋੜ ਮਹਿਸੂਸ ਹੁੰਦੀ ਫਿਰ ਉਹ ਸਾਨੂੰ ਫੋਨ ਕਰਦੇ ਆ, ਗੱਲ ਏਦਾਂ ਕਿੱਦਾਂ ਦੀ। ਸਾਨੂੰ ਦਰਦ ਹੁੰਦਾ ਇੰਨੇ ਦਿਨ ਪਹਿਲਾਂ ਲਿਖ ਕੇ ਤੁਹਾਡੇ ਫੋਨ 'ਚ ਭੇਜੀ ਕਿ ਤੁਸੀਂ ਪੜ੍ਹਨ ਦੀ ਹਿੰਮਤ ਨਹੀਂ ਕੀਤੀ। ਸੋ ਇਸ ਕਰਕੇ ਉਹ ਸਾਡੀ ਭੇਜੀ ਹੋਈ ਇਨਫੋਰਮੇਸ਼ਨ ਦੇ ਨਾਲ ਮਕਸਦ ਕੋਈ ਤਾਂ ਹੀ ਹੱਲ ਹੋਣਾ ਜੇ ਤੁਸੀਂ ਉਹਨੂੰ ਪੜ੍ਹੋਗੇ। ਬਿਲਕੁਲ ਜਲ ਸਾਹਿਬ। ਹੁਣ ਦੇਖੋ ਅੰਗਰੇਜ਼ੀ 'ਚ ਵੱਖ ਭੇਜਦੇ ਆ, ਪੰਜਾਬੀ 'ਚ ਵੱਖ ਭੇਜਦੇ ਆ, ਤੇ ਜੇ ਕੋਈ ਪੜੂਗਾ ਹੀ ਨਹੀਂ ਤੇ ਫਿਰ ਮਤਲਬ ਫਿਰ ਮੀਡੀਆ ਦਾ ਕਸੂਰ ਕੱਢੀ ਚੱਲੋ, ਹਨਾ? ਸੋ ਇਸ ਕਰਕੇ ਇਸ ਤੋਂ ਪਹਿਲਾਂ ਕਿ ਤੁਸੀਂ ਮੀਡੀਆ ਪੁਲਿਸਾਂ ਸਿਸਟਮਾਂ ਦੇ ਕਸੂਰ ਕੱਢੋ, ਆਪਣੇ ਨੁਕਸ ਠੀਕ ਕਰੋ। ਜੀ ਜੌਲ ਸਾਹਿਬ ਥੈਂਕ ਯੂ ਸੋ ਮਚ ਟਾਈਮ ਦੇਣ ਵਾਸਤੇ। ਜੀ ਥੈਂਕ ਯੂ ਸੋ ਮਚ। ਇਹ ਸਾਂਸੀ ਸਤਪਾਲ ਸਿੰਘ ਜੌਹਲ, ਤੁਸੀਂ ਸੁਣਦੇ ਤੇ ਦੇਖਦੇ ਜਾ ਰਹੇ ਹੋ ਪ੍ਰੋਗਰਾਮ ਰੰਗਲਾ ਪੰਜਾਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।